ਕੱਲ ਜਿਸਲੇ ਅਸੀਂ 18ਵੇਂ ਭਾਗ ਦੇ ਵਿੱਚ ਪਹੁੰਚੇ ਸੀਗੇ ਤਾਂ ਅਸੀਂ ਦੇਖਿਆ ਸੀਗਾ ਕਿ ਜਿਹੜਾ ਸਾਲਟ ਕਵਨੈਂਟ ਆ ਉਸਦਾ ਜਿਹੜਾ 20ਵੀਂ ਆਇਤ ਆ ਮੈਂ ਛੱਡ ਗਿਆ ਸੀਗਾ, ਕਿਉਂਕਿ ਮੈਂ ਕਿਹਾ ਸੀ ਕਿ ਇਟਸ ਅ ਬਿਗਰ ਸਬਜੈਕਟ, ਇਹ 4-5 ਮਿੰਟ ਦੇ ਵਿੱਚ ਕਵਰ ਨਹੀਂ ਕੀਤਾ ਜਾ ਸਕਦਾ। ਸੋ ਇੱਥੇ ਜਿਹੜੀ ਚੀਜ਼ ਦੱਸੀ ਜਾ ਰਹੀ ਆ ਕਿ 19ਵੀਂ ਆਇਤ ਦੇ ਵਿੱਚ ਮੈਂ ਇਜ਼ਰਾਈਲੀਆਂ ਦੁਆਰਾ ਚੜਾਈਆਂ ਸਭ ਭੇਟਾਂ ਤੈਨੂੰ ਅਤੇ ਤੇਰੇ ਵੰਸ਼ ਨੂੰ ਦਿੰਦਾ ਹਾਂ। ਇਹ ਮੇਰਾ ਅਤੇ ਮੇਰੇ ਅਤੇ ਤੇਰੇ ਵੰਸ਼ ਦੇ ਵਿੱਚ ਹਮੇਸ਼ਾ ਦੇ ਲਈ ਲੂਣ ਦੁਆਰਾ ਕੀਤਾ ਨੇਮ ਹੈ। ਪ੍ਰਭੂ ਨੇ ਹਾਰੂਨ ਨੂੰ ਕਿਹਾ, ਤੈਨੂੰ ਅਤੇ ਤੇਰੇ ਵੰਸ਼, ਪ੍ਰਭੂ ਨੇ ਕਿਹਾ ਲੇਵੀ ਨੂੰ, ਉਸਨੂੰ ਕਿਹਾ ਕਿ ਤੈਨੂੰ ਅਤੇ ਤੇਰੇ ਵੰਸ਼ ਨੂੰ ਇਜ਼ਰਾਈਲੀਆਂ ਦੀ ਧਰਤੀ ਜਾਂ ਜਾਇਦਾਦ ਵਿੱਚੋਂ ਕੋਈ ਹਿੱਸਾ ਨਹੀਂ ਮਿਲੇਗਾ, ਤੇਰਾ ਵਿਰਸਾ ਮੈਂ ਆਪ ਪ੍ਰਭੂ ਹੋਵਾਂਗਾ। ਸੋ ਜਿਸ ਵੇਲੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਪਏ ਹਾਂ, ਇਹ ਲੂਣ ਦਾ ਕਨਸੈਪਟ ਕੀ ਆ, ਸਾਲਟ ਕਵਨੈਂਟ ਕੀ ਆ, ਇਸ ਨੂੰ ਸਮਝਣ ਦੇ ਲਈ ਸਾਨੂੰ ਜਾਣਾ ਪੈਣਾ ਮੱਤੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਇਸ ਨੂੰ ਖੋਲਿਆ ਥੋੜਾ ਜਿਹਾ ਸਾਡੇ ਲਈ, ਔਰ ਉੱਥੇ ਅਸੀਂ ਪ੍ਰੋਤਾਂ ਦੇ ਉੱਤੇ ਨਜ਼ਰ ਰੱਖਾਂਗੇ। ਪ੍ਰੋਤਾਂ ਦੇ ਨਾਲ ਪ੍ਰਭੂ ਨੇ ਇਹ ਨੇਮ ਬੰਨਿਆ ਔਰ ਪ੍ਰਭੂ ਯਿਸੂ ਮਸੀਹ ਨੇ ਇਹ ਨੇਮ ਸਾਡੇ ਨਾਲ ਬੰਨਿਆ। ਸੋ ਆਓ ਅਸੀਂ ਮੱਤੀ ਦੇ ਵਿੱਚ ਚੱਲੀਏ। ਨਵੇਂ ਨਿਯਮ ਦਾ ਪੰਨਾ 7, ਉਸਦੀ 1 ਆਇਤ ਤੋਂ ਲੈ ਕੇ 16 ਆਇਤ ਤੱਕ, ਔਰ 1 ਤੋਂ ਲੈ ਕੇ 16 ਤੱਕ ਦੇਖਣ ਦੇ ਲਈ ਸਾਨੂੰ ਇਸ ਨੂੰ ਸਮਝਣ ਦੇ ਲਈ ਸਾਨੂੰ ਪਹਿਲੀਆਂ ਆਇਤਾਂ ਦੀ ਵਿੱਚ ਵੀ ਗੁਜ਼ਰਨਾ ਪੈਣਾ। ਸੋ 1 ਤੋਂ ਲੈ ਕੇ 16 ਤੱਕ ਜਿਸ ਨੂੰ ਮੇਰੇ ਕੋਲ ਪੜ੍ਹ मैं पढ़ देना पास्टर जी। मैं हुण ब्रेक ते नहीं हैगा, सो इफ आई गेट कॉल्ड देन आई माइट हैव टू गो, पर हुण च मैं पढ़ देना। पहाड़ी उपदेश। ਯਿਸੂ ਲੋਕਾਂ ਦੀ ਭੀੜ ਨੂੰ ਦੇਖ ਕੇ ਪਹਾੜ ਉੱਤੇ ਚੜ ਗਏ। ਜਦੋਂ ਉਹ ਬੈਠ ਗਏ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆ ਗਏ। ਫਿਰ ਯਿਸੂ ਇਸ ਤਰ੍ਹਾਂ ਉਹਨਾਂ ਨੂੰ ਸਿੱਖਿਆ ਦੇਣ ਲੱਗੇ, ਸੱਚਾ ਆਨੰਦ ਧੰਨ ਉਹ ਲੋਕ ਹਨ ਜਿਹੜੇ ਆਪਣੀ ਆਤਮਿਕ ਲੋੜ ਨੂੰ ਜਾਣਦੇ ਹਨ, ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ। ਧੰਨ ਉਹ ਲੋਕ ਹਨ ਜਿਹੜੇ ਸੋਗ ਕਰਦੇ ਹਨ, ਪਰਮੇਸ਼ਵਰ ਉਹਨਾਂ ਨੂੰ ਧੀਰਜ ਦੇਵੇਗਾ। ਧੰਨ ਉਹ ਲੋਕ ਹਨ ਜਿਹੜੇ ਦੀਨ ਹਨ, ਉਹ ਪਰਮੇਸ਼ਵਰ ਦੀ ਪ੍ਰਤਿਗਿਆ ਅਨੁਸਾਰ ਅਸੀਸ ਪ੍ਰਾਪਤ ਕਰਨਗੇ। ਧੰਨ ਉਹ ਲੋਕ ਹਨ ਜਿਹੜੇ ਸੱਚਾਈ ਦੇ ਭੁੱਖੇ ਅਤੇ ਤਿਹਾਏ ਹਨ, ਪਰਮੇਸ਼ਵਰ ਉਹਨਾਂ ਨੂੰ ਤ੍ਰਿਪਤ ਕਰੇਗਾ। ਧੰਨ ਉਹ ਲੋਕ ਹਨ ਜਿਹੜੇ ਦਇਆਵਾਨ ਹਨ, ਪਰਮੇਸ਼ਵਰ ਉਹਨਾਂ ਉੱਤੇ ਦਇਆ ਕਰੇਗਾ। ਧੰਨ ਉਹ ਲੋਕ ਹਨ ਜਿਨ੍ਹਾਂ ਦੇ ਮਨ ਪਵਿੱਤਰ ਹਨ, ਉਹ ਪਰਮੇਸ਼ਵਰ ਦੇ ਦਰਸ਼ਨ ਕਰਨਗੇ। ਧੰਨ ਉਹ ਲੋਕ ਹਨ ਜਿਹੜੇ ਦੂਜਿਆਂ ਵਿੱਚ ਸ਼ਾਂਤੀ ਕਰਵਾਉਂਦੇ ਹਨ, ਉਹ ਪਰਮੇਸ਼ਵਰ ਦੀ ਸੰਤਾਨ ਅਖਵਾਉਣਗੇ। ਧੰਨ ਉਹ ਲੋਕ ਹਨ ਜਿਹੜੇ ਸੱਤ ਦੇ ਕਾਰਨ ਸਤਾਏ ਜਾਂਦੇ ਹਨ, ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ। ਧੰਨ ਤੁਸੀਂ ਹੋ ਜਦੋਂ ਮੇਰੇ ਚੇਲੇ ਹੋਣ ਕਾਰਨ ਲੋਕ ਤੁਹਾਨੂੰ ਬੇਪਤ ਕਰਨ, ਤੁਹਾਨੂੰ ਦੁੱਖ ਦੇਣ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀਆਂ ਬੁਰੀਆਂ ਤੇ ਝੂਠੀਆਂ ਗੱਲਾਂ ਕਹਿਣ। ਆਨੰਦਿਤ ਹੋਵੋ ਅਤੇ ਖੁਸ਼ੀ ਮਨਾਓ, ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੈ। ਇਸੇ ਤਰ੍ਹਾਂ ਉਹਨਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਸਿਖਾਇਆ ਸੀ। ਲੂਣ ਅਤੇ ਚਾਨਣ। ਤੁਸੀਂ ਸੰਸਾਰ ਦੇ ਲੂਣ ਹੋ, ਪਰ ਜੇਕਰ ਲੂਣ ਆਪਣਾ ਸਵਾਦ ਗਵਾ ਦੇਵੇ ਤਾਂ ਉਹ ਫਿਰ ਕਿਸੇ ਤਰ੍ਹਾਂ ਵੀ ਸਵਾਦਲਾ ਨਹੀਂ ਬਣਾਇਆ ਜਾ ਸਕਦਾ। ਉਹ ਫਿਰ ਕਿਸੇ ਕੰਮ ਦਾ ਨਹੀਂ ਰਹਿੰਦਾ, ਸਿਵਾਏ ਬਾਹਰ ਸੁੱਟੇ ਜਾਣ ਅਤੇ ਲੋਕਾਂ ਦੇ ਪੈਰਾਂ ਹੇਠ ਮਿੱਧੇ ਜਾਣ ਦੇ। ਤੁਸੀਂ ਸੰਸਾਰ ਦੇ ਚਾਨਣ ਹੋ। ਪਹਾੜ ਉੱਤੇ ਬਣਿਆ ਸ਼ਹਿਰ ਲੁਕ ਨਹੀਂ ਸਕਦਾ ਹੈ। ਕੋਈ ਦੀਵਾ ਬਾਲ ਕੇ ਟੋਕਰੇ ਹੇਠਾਂ ਨਹੀਂ ਰੱਖਦਾ, ਸਗੋਂ ਦਿਫਾਕੇ ਉੱਤੇ ਰੱਖਦਾ ਹੈ ਕਿ ਉਹ ਘਰ ਦੇ ਸਭ ਲੋਕਾਂ ਨੂੰ ਚਾਨਣ ਦੇਵੇ। ਇਸੇ ਤਰ੍ਹਾਂ ਤੁਹਾਡਾ ਚਾਨਣ ਵੀ ਲੋਕਾਂ ਸਾਹਮਣੇ ਚਮਕੇ ਕਿ ਲੋਕ ਤੁਹਾਡੇ ਚੰਗੇ ਦੇਖ ਕੇ ਤੁਹਾਡੇ ਪਿਤਾ ਦੀ ਜੋ ਸਵਰਗ ਵਿੱਚ ਹੈ ਵਡਿਆਈ। ਅਸੀਂ ਇੱਥੇ ਦੇਖਦੇ ਪਏ ਹਾਂ, ਉੱਥੇ ਇੱਕ ਚੀਜ਼ ਜਿਹੜੀ ਕਹੀ ਗਈ ਆ ਕਿ ਲੇਵੀ ਦੇ ਖਾਨਦਾਨ ਨੂੰ ਕੋਈ ਜ਼ਮੀਨ ਨਹੀਂ ਦਿੱਤੀ ਗਈ। ਉਹਨਾਂ ਦਾ ਜਿਹੜਾ ਸਾਰਾ ਸਹਾਰਾ ਸੀ ਉਹ ਬੇਸਿਕਲੀ ਜਿਹੜੀ ਉੱਥੇ ਮੰਦਿਰ ਦੇ ਵਿੱਚ ਜਿਹੜਾ ਚੜਾਵਾ ਚੜਾਇਆ ਜਾਂਦਾ ਸੀ ਉਹਨਾਂ ਦੇ ਉੱਤੇ ਸਰਵਾਈਵ ਕਰਨਾ ਸੀ। ਪਰ ਲੂਣ ਦਾ ਕੀ ਇਹਦੇ ਵਿੱਚ ਕੰਮ ਹੈ? ਪ੍ਰਭੂ ਨੇ ਉਹਨਾਂ ਨੂੰ ਬਾਕੀ ਦੇ ਕੰਮਾਂ ਕਾਜਾਂ ਤੋਂ ਇੱਕ ਪਾਸੇ ਕਰਕੇ ਉਹਨਾਂ ਨੂੰ ਸਾਰੀ ਕੌਮ ਦੇ ਵਿੱਚ ਲੂਣ ਦੀ ਤਰ੍ਹਾਂ ਬਣਾਇਆ ਸੀ,
ਤਾਂ ਕਿ ਉਹ ਆਤਮਾ ਦੀ ਜਿਹੜੀ ਖੁਰਾਕ ਆ, ਜਿਹੜੀ ਆਤਮਾ ਦੀ ਔਰ ਮਨ ਦੀ ਜ਼ਰੂਰਤ ਆ, ਤਨ ਦੀ ਜ਼ਰੂਰਤ ਉਹ ਉੱਥੇ ਪ੍ਰੋਵਾਈਡ ਹੋ ਰਹੀ ਹੈ ਲੋਕਾਂ ਦੇ ਲਈ, ਲੇਕਿਨ ਜਿਹੜੀ ਆਤਮਾ ਦੀ ਜ਼ਰੂਰਤ ਆ ਔਰ ਮਨ ਦੀ ਜ਼ਰੂਰਤ ਆ, ਇਹਨਾਂ ਦੀ ਲੇਵੀਆਂ ਦੀ ਉਹ ਜ਼ਿੰਮੇਵਾਰੀ ਸੀ। ਤੇ ਲੂਣ ਦੇ ਵਾਂਗ ਤੁਸੀਂ ਲੋਕਾਂ ਦੇ ਵਿੱਚ ਘੁਲ ਜਾਓ, ਜਿੱਦਾਂ ਲੂਣ ਆਪਣਾ ਆਪ ਗਵਾ ਦਿੰਦਾ ਔਰ ਹਰ ਇੱਕ ਚੀਜ਼ ਨੂੰ ਸਵਾਦਿਸ਼ਟ ਬਣਾ ਦਿੰਦਾ, ਇਸੇ ਤਰ੍ਹਾਂ ਤੁਸੀਂ ਇਸ ਕੌਮ ਦੇ ਵਿੱਚ ਘੁਲ ਜਾਓ ਔਰ ਆਪਾ ਗਵਾ ਲਓ, ਪਰ ਇਹਨਾਂ ਨੂੰ ਆਤਮਕ ਤੌਰ ਦੇ ਉੱਤੇ ਔਰ ਇਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਰੱਖਣਾ ਤੁਹਾਡੀ ਜ਼ਿੰਮੇਵਾਰੀ, ਔਰ ਤੁਹਾਡੀਆਂ ਜ਼ਰੂਰਤਾਂ ਪ੍ਰੋਵਾਈਡ ਕਰਨੀਆਂ ਇਹਨਾਂ ਦੀ ਜ਼ਿੰਮੇਵਾਰੀ। ਸੋ ਦੈਟ ਇਜ਼, ਇਹ ਚੀਜ਼ ਪ੍ਰਭੂ ਨੇ ਉੱਥੇ ਸਿਰਫ ਲੇਵੀਆਂ ਨੂੰ ਇਹ ਚੀਜ਼ ਕਹੀ ਸੀ। ਲੇਵੀ ਦੇ ਖਾਨਦਾਨ, ਚੌਥਾਈ ਦੀ ਜਿਹੜੇ ਸੇਵਾ ਕਰਦੇ ਸੀਗੇ, ਜਿਹੜੇ ਮੰਦਿਰ ਦੀ ਸਾਂਭ ਸੰਭਾਲ ਕਰਦੇ ਸੀਗੇ, ਔਰ ਫਿਰ ਜਿਹੜੇ ਵੱਖਰੇ ਵੱਖਰੇ ਕਬੀਲਿਆਂ ਦੇ ਵਿੱਚ ਜਾ ਕੇ ਜੋ ਪ੍ਰਭੂ ਜੋ ਜਿਸ ਤਰ੍ਹਾਂ ਵੀ ਹਾਰੂਨ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੈੱਟ ਕੀਤੀਆਂ ਸੀ, ਉਹਦੇ ਹਿਸਾਬ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਸੀ। ਔਰ ਜਿਸ ਲਈ ਹੁਣ ਅਸੀਂ ਦੇਖਦੇ ਹਾਂ ਕਿ ਸੰਸਾਰ ਦਾ ਲੂਣ ਬਣਿਆ ਕਿੱਦਾਂ ਜਾ ਸਕਦਾ। ਹੁਣ ਅਗਰ ਤੁਸੀਂ ਤੁਹਾਡੇ ਵਿੱਚੋਂ ਭੈਣ ਭਰਾ ਜਿਹੜੇ ਪ੍ਰਭੂ ਦਾ ਮੈਸੇਜ ਦਿੰਦੇ ਆ ਜਾਂ ਬਾਈਬਲ ਸਟੱਡੀ ਕਰਵਾਉਂਦੇ ਆ, ਉਹਨਾਂ ਦੇ ਲਈ ਇੱਥੇ ਤੁਸੀਂ ਲਿਖ ਲਓ ਕਿ ਇੱਥੇ ਅਸੀਂ ਫਸਟ ਪੀਟਰ ਉਸਦਾ ਸੈਕੰਡ, ਪਹਿਲਾ ਪਤਰਸ ਉਸਦਾ ਦੂਜਾ ਭਾਗ ਔਰ ਉਸਦੀ 9ਵੀਂ ਤੇ 10ਵੀਂ ਆਇਤ ਨੂੰ ਅਸੀਂ ਦੇਖਾਂਗੇ। ਔਰ ਉੱਥੇ ਦੱਸਿਆ ਗਿਆ, ਉੱਥੇ ਪਤਰਸ ਦੱਸਦਾ ਕਿ ਮਸੀਹੀ ਕੌਣ ਆ, ਅਸੀਂ ਮਸੀਹੀ ਹੋਣ ਦੇ ਨਾਤੇ ਅਸੀਂ ਕੌਣ ਆ। ਔਰ ਜਿਸ ਲਈ ਅਸੀਂ ਵਚਨ ਦਾ ਉਹ ਹਿੱਸਾ ਪੜ੍ਹਦੇ ਹਾਂ, ਜਿਸ ਲਈ ਉਹ ਆਇਤਾਂ ਨੂੰ ਅਸੀਂ ਪੜ੍ਹਦੇ ਹਾਂ, ਤੇ ਅਸੀਂ ਦੇਖਦੇ ਹਾਂ ਕਿ ਉਹੀ ਪ੍ਰੋਤਾਈ ਦਾ, ਉਸੇ ਪ੍ਰੋਤਾਈ ਦਾ ਕੰਮ ਪ੍ਰਭੂ ਯਿਸੂ ਮਸੀਹ ਨੇ ਹੁਣ ਸਾਨੂੰ ਦਿੱਤਾ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਕੀਤਾ, ਜਿਨ੍ਹਾਂ ਨੇ ਜਿਹੜਾ ਸੈਕੰਡ ਕਵਨੈਂਟ, ਜਿਹੜਾ ਪ੍ਰਭੂ ਨੇ, ਜਿਹੜਾ ਦੂਸਰਾ ਨਿਯਮ ਪ੍ਰਭੂ ਨੇ ਮੰਨਿਆ। ਰਾਈਟ, ਹੁਣ ਕਈ ਵਾਰੀ ਜਿਸ ਲਈ ਉਹ ਕਹਿੰਦੇ ਪੁਰਾਣਾ ਨਿਯਮ ਨਵਾਂ ਨਿਯਮ, I don't like it that way। ਇਹਦੇ ਨਾਲੋਂ ਅੱਛਾ ਇਹ ਹੁੰਦਾ ਕਿ ਕਹਿੰਦੇ ਪਹਿਲਾ ਨਿਯਮ ਤੇ ਦੂਸਰਾ ਨਿਯਮ। ਪ੍ਰਭੂ ਨੇ ਸਾਡੇ ਨਾਲ ਜਿਹੜਾ ਦੂਸਰਾ ਨਿਯਮ ਪ੍ਰਭੂ ਨੇ ਮੰਨਿਆ, ਪਹਿਲਾ ਨਿਯਮ ਜਿਹੜਾ ਸੀਗਾ ਉਹ ਉਸਨੂੰ ਉਹਨਾਂ ਨੂੰ ਵਾਅਦੇ ਦੀ ਧਰਤੀ ਤੇ ਲੈ ਕੇ ਆਇਆ, ਔਰ ਅੱਜ ਵੀ ਉੱਥੇ ਆ। ਔਰ ਸਾਨੂੰ ਪੂਰਾ ਭਰੋਸਾ, ਔਰ ਉਹਨਾਂ ਨੂੰ ਵੀ ਪੂਰਾ ਭਰੋਸਾ ਕਿ ਸਾਡੇ ਪ੍ਰਭੂ ਨੇ ਸਾਡੇ ਨਾਲ ਜੋ ਨਿਯਮ ਕੀਤਾ ਸੀਗਾ ਉਸ ਨੂੰ ਪੂਰਾ। ਦੂਸਰਾ ਨਿਯਮ ਜਿਹੜਾ ਬੰਨਿਆ ਗਿਆ ਉਹ ਉਹਨਾਂ ਦੇ ਨਾਲ ਬੰਨਿਆ ਗਿਆ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕੀਤਾ, ਔਰ ਉਹਨਾਂ ਦੇ ਲਈ ਪ੍ਰਭੂ ਨੇ ਇਹ ਸਾਰੀਆਂ ਚੀਜ਼ਾਂ ਕਹੀਆਂ ਕਿ ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੋ, ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੋ, ਜਦੋਂ ਤੁਸੀਂ ਮੇਰੇ ਵੱਲ ਤੱਕਦੇ ਹੋ, ਤੇ ਅਸੀਂ ਕਿਹੜੀ ਜ਼ਰੂਰਤ ਦੇ ਲਈ ਪ੍ਰਭੂ ਦੇ ਵੱਲ ਤੱਕਣਾ ਜ਼ਰੂਰੀ ਹੈ। ਔਰ ਅਗਰ ਅਸੀਂ ਇਹ ਜਿਹੜੀਆਂ ਚੀਜ਼ਾਂ 9-10 ਚੀਜ਼ਾਂ ਜਿਹੜੀਆਂ ਪ੍ਰਭੂ ਨੇ ਕਹੀਆਂ ਇੱਥੇ, ਅਗਰ ਅਸੀਂ ਇਹਨਾਂ ਨੂੰ ਧਿਆਨ ਦੇ ਨਾਲ ਸਮਝ ਜਾਈਏ ਤੇ ਸੱਚਮੁੱਚ ਅਸੀਂ ਸਾਰੀ ਦੁਨੀਆ ਦੇ ਲਈ, ਜਿੱਦਾਂ ਉਹ ਲੇਵੀ ਜਿਹੜੇ ਸੀਗੇ ਆਪਣੀ ਕੌਮ ਦੇ ਲਈ, ਸਾਰੇ ਇਜ਼ਰਾਈਲ ਦੇ ਲਈ ਲੂਣ ਦਾ ਕੰਮ ਕਰਦੇ ਸੀ, ਰੋਸ਼ਨੀ ਦਾ ਕੰਮ ਕਰਦੇ ਸੀ, ਇਸੇ ਤਰ੍ਹਾਂ ਪ੍ਰਭੂ ਨੇ ਹੁਣ ਸਾਨੂੰ ਉਹ ਲੂਣ ਬਣਾਇਆ ਜੋ ਸਾਰੀ ਧਰਤੀ ਦੇ ਲੋਕਾਂ ਦੇ ਲਈ ਬਰਕਤ ਦਾ ਕਾਰਨ ਬਣਨ ਦੇ ਲਈ ਪ੍ਰਭੂ ਨੇ ਸਾਨੂੰ ਚੁਣਿਆ। ਸੋ ਜਿਸ ਲਈ ਪਹਿਲਾ ਪਤਰਸ ਉਸਦਾ ਦੂਸਰਾ ਭਾਗ ਉਸਦੀ 9ਵੀਂ 10ਵੀਂ ਆਇਤ ਅਸੀਂ ਦੇਖਦੇ ਹਾਂ, ਮੈਂ ਹੀ ਪੜ੍ਹ ਦਿੰਦਾ। ਤਾਂ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਨੇ ਇਹ ਜੋ ਸਾਨੂੰ ਕਿਹਾ ਗਿਆ ਪ੍ਰਭੂ ਦੇ ਵਚਨ ਦੇ ਵਿੱਚ, ਔਰ ਪਵਿੱਤਰ ਆਤਮਾ ਪਤਰਸ ਦੇ ਦੁਆਰਾ ਇਸ ਤਰ੍ਹਾਂ ਲਿਖਾਉਂਦੀ ਪਈ ਹੈ, ਪਰ ਤੁਸੀਂ ਚੁਣਿਆ ਹੋਇਆ ਵੰਸ਼, ਰਾਜਸੀ ਪੁਰੋਤਾਂ ਦਾ ਦਲ, ਪਵਿੱਤਰ ਕੌਮ ਅਤੇ ਪਰਮੇਸ਼ਵਰ ਦੇ ਆਪਣੇ ਲੋਕ ਹੋ। ਤੁਸੀਂ ਉਸਦੇ ਵੱਡੇ ਕੰਮਾਂ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਵਿੱਚੋਂ ਆਪਣੇ ਅਦਭੁਤ ਚਾਨਣ ਦੇ ਵਿੱਚ ਸੱਦਿਆ ਹੈ। ਇੱਕ ਸਮਾਂ ਸੀ ਜਦੋਂ ਤੁਸੀਂ ਵੀ ਕੁਝ ਨਹੀਂ ਸਾਓ, ਪਰ ਹੁਣ ਤੁਸੀਂ ਪਰਮੇਸ਼ਵਰ ਦੇ ਲੋਕ ਹੋ। ਉਸ ਸਮੇਂ ਤੁਸੀਂ ਉਸ ਦੀ ਦਇਆ ਤੋਂ ਬਾਹਰ ਸਾਓ, ਪਰ ਹੁਣ ਤੁਸੀਂ ਉਸ ਨੂੰ ਪ੍ਰਾਪਤ ਕਰ ਚੁੱਕੇ ਹੋ। ਇੱਕ ਸਮਾਂ ਸੀ ਅਸੀਂ ਕੁਝ ਵੀ ਨਹੀਂ ਸੀ,
ਸੋ ਇਸ ਕਰਕੇ ਕਿਹਾ ਗਿਆ ਕਿ ਤੁਸੀਂ ਚੁਣਿਆ ਹੋਇਆ ਵੰਸ਼, ਰਾਜਸੀ ਪੁਰੋਤਾਂ ਦਾ ਹੱਦਾ, ਰਾਜਸੀ ਪੁਰੋਤਾਂ ਦਾ ਹੱਦਾ। ਇਹ ਪਤਰਸ ਕਿੱਥੋਂ ਇਹ ਚੀਜ਼ ਕਹਿ ਰਿਹਾ? ਜਿਸ ਵੇਲੇ ਪਹਾੜੀ ਉਪਦੇਸ਼ ਸ਼ੁਰੂ ਹੋਇਆ ਤੇ ਪ੍ਰਭੂ ਨੇ ਉਹ ਜਿਹੜੀ ਉਸਨੇ ਚੁਣੇ ਸੀ ਉਹਨਾਂ ਵੱਲ ਇਸ਼ਾਰਾ ਕਰਕੇ ਇਹ ਚੀਜ਼ ਕਹੀ ਕਿ ਜੋ ਤੁਸੀਂ ਮੇਰੇ ਕੋਲ ਆਉਂਦੇ ਆ, ਅਸੀਂ ਥੋੜਾ ਜਿਹਾ ਨਾ, ਥੋੜਾ ਕਿ ਬਹੁਤ ਜ਼ਿਆਦਾ ਮਸੀਹਤ ਦਾ ਰੂਪ ਵਿਗਾੜ ਚੁੱਕੇ। ਅਸੀਂ ਇਸ ਨੂੰ ਅਗਰ ਵਚਨ ਦੇ ਹਿਸਾਬ ਨਾਲ ਦੇਖੋ ਤਾਂ ਸਮਝ ਵੀ ਨਹੀਂ ਆਉਂਦੀ ਕਿ ਇਜ਼ ਇਟ ਰੀਅਲੀ ਅਸੀਂ ਇਹ ਕੰਮ ਕਰਦੇ ਪਏ। ਅਸੀਂ ਨਿੱਕੀਆਂ ਚੀਜ਼ਾਂ ਦੇ ਪਿੱਛੇ ਦੌੜਨਾ ਸ਼ੁਰੂ ਕਰ ਦਿੰਦੇ, ਉਹ ਇੱਕ ਸਾਡਾ ਪਰਮੇਸ਼ਰ ਬਣ ਜਾਂਦਾ। ਪਰ ਅਸੀਂ ਆਈਏ ਕਿਹੜੀਆਂ ਚੀਜ਼ਾਂ ਦੇ ਲਈ ਸਾਨੂੰ ਪ੍ਰਭੂ ਦੇ ਕੋਲ ਆਉਣਾ ਚਾਹੀਦਾ ਕਿ ਬਾਕੀ ਦੀਆਂ ਚੀਜ਼ਾਂ ਸਾਡੇ ਪਿੱਛੇ ਦੌੜੀਆਂ। ਉਹ ਪਹਿਲੀ ਚੀਜ਼ ਇਹ ਆ ਕਿ ਆਪਣੀ ਆਤਮਿਕ ਲੋੜ ਨੂੰ ਅਸੀਂ ਜਾਣਦੇ ਹਾਂ, ਜਿਸ ਲਈ ਪ੍ਰਭੂ ਕੋਲ ਜਾਣਦੇ। ਮੇਰੀ ਆਤਮਾ ਖਾਲੀ ਹੈ ਤੇ ਭਰੀ ਹੋ। ਸੋ ਪ੍ਰਭੂ ਕੀ ਕਹਿ ਰਿਹਾ? ਤਾਂ ਉਹ ਲੋਕ ਜਿਹੜੇ ਆਤਮਾ ਦੀ ਜ਼ਰੂਰਤ ਲਈ ਕੋਲ ਆਉਂਦੇ, ਆਪਣੀ ਆਤਮਿਕ ਦੀ ਲੋੜ ਦੇ ਲਈ ਮੇਰੇ ਕੋਲ ਆਉਂਦੇ। ਫਿਰ ਉਹ ਕੀ ਕਹਿੰਦਾ? ਤਾਂ ਉਹ ਲੋਕ ਹਨ ਜਿਹੜੇ ਸੋਗ ਕਰਦੇ। ਸੋਗ ਕਿਹੜੀ ਚੀਜ਼ ਦਾ ਕਰਨਾ ਚਾਹੀਦਾ? ਜੇ ਜ਼ਿੰਦਗੀ ਦੇ ਵਿੱਚ ਪਾਪ ਆ, ਕੋਈ ਐਸੀ ਚੀਜ਼ ਆ ਜਿਹੜੀ ਅਸੀਂ ਛੱਡ ਨਹੀਂ ਸਕਦੇ, ਕੋਈ ਐਸੀ ਚੀਜ਼ ਹੈ ਜਿਹੜੀ ਪਰਮੇਸ਼ਰ ਦੇ ਬਰਾਬਰ ਬਣ ਗਈ। ਉਹ ਕੋਈ ਵੀ ਚੀਜ਼ ਕਿ ਉਹਦੇ ਵਿੱਚ ਅਸੀਂ ਇੰਨੇ ਮਗਨ ਹੋ ਗਏ ਆ ਕਿ ਅਸੀਂ ਪ੍ਰਭੂ ਨੂੰ ਭੁੱਲ ਗਏ। ਸੋ ਤਾਂ ਉਹ ਲੋਕ ਆ ਜਿਹੜੇ ਸੋਗ ਕਰਦੇ ਹਨ, ਪਰਮੇਸ਼ਰ ਉਹਨਾਂ ਨੂੰ ਧੀਰਜ ਦੇਵੇਗਾ। ਤਾਂ ਉਹ ਲੋਕ ਹਨ ਜਿਹੜੇ ਦੀਨ ਹਨ ਔਰ ਉਹ ਪਰਮੇਸ਼ਵਰ ਦੀ ਪ੍ਰਤਿਗਿਆ ਦੇ ਅਨੁਸਾਰ ਅਸੀਸ ਪ੍ਰਾਪਤ ਕਰਦੇ। ਔਰ ਇਹ ਪ੍ਰਭੂ ਨੇ ਮਨ ਦੇ ਦੀਨ ਸਾਨੂੰ ਹੋਣ ਦੇ ਲਈ ਕਿਹਾ। ਔਰ ਦੀਨਤਾ ਇਨਸਾਨ ਦੇ ਵਿੱਚ ਉਸ ਵੇਲੇ ਆਉਂਦੀ ਜਿਸ ਲਈ ਉਹ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰਦਾ। ਜਿਸ ਵੇਲੇ ਅਸੀਂ ਇੱਕ ਇਨਸਾਨ ਦੇ ਅੰਦਰ ਇੱਕ ਚੀਜ਼ ਹੈ ਕਿ ਉਸਨੂੰ ਬਾਕੀ ਦੀ ਸਾਰੀ ਦੁਨੀਆ ਬੁਰੀ ਲੱਗਦੀ, ਉਹਨੂੰ ਹਮੇਸ਼ਾ ਆਪਣਾ ਆਪ ਠੀਕ ਲੱਗਦਾ। ਦੈਟਸ ਕਾਮਨ। ਇਹ ਅਦਨ ਦੇ ਬਾਗ ਤੋਂ ਸ਼ੁਰੂ ਹੋਇਆ ਹੈ। ਲੇਕਿਨ ਜਿਸ ਵੇਲੇ ਅਸੀਂ ਆਪਣਾ ਅੰਤਕਰਨ ਨੂੰ, ਮੇਰਾ ਗੁੱਸਾ ਕਿੱਦਾਂ ਦਾ, ਮੇਰੀ ਬੋਲੀ ਕਿੱਦਾਂ ਦੀ ਆ, ਮੇਰਾ ਚਿੜਚਿੜਾਪਨ, ਮੇਰੀਆਂ ਅੱਖਾਂ, ਮੇਰੇ ਕਦਮ, ਮੇਰੇ ਪੈਰ ਕਿੱਥੇ ਨੂੰ ਜਾਂਦੇ ਆ, ਮੇਰੇ ਹੱਥ ਕੀ ਕੰਮ ਕਰਦੇ ਆ, ਮਨ ਮੈਨੂੰ ਕਿੱਦਾਂ ਧੋਖਾ ਦਿੰਦਾ, ਇਹ ਸਾਰੀ ਚੀਜ਼ਾਂ। ਔਰ ਜਿਸ ਵੇਲੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਲੱਗ ਜਾਂਦੇ ਹਾਂ, ਇਹ ਉਹਨਾਂ ਦੇ ਲਈ ਹੈ ਕਿ ਧੰਨ ਉਹ ਲੋਕ ਹਨ ਜਿਹੜੇ ਦੀਨ ਹਨ, ਧੰਨ ਉਹ ਲੋਕ ਹਨ ਜਿਹੜੇ ਸੱਚਾਈ ਦੇ ਭੁੱਖੇ ਤੇ ਤਿਹਾਏ। ਸੱਚਾਈ ਦੇ ਭੁੱਖੇ ਤੇ ਤਿਹਾਏ। ਸੱਚ ਜੋ ਪ੍ਰਭੂ ਯਿਸੂ ਮਸੀਹ ਦੇ ਵਿੱਚ, ਜੋ ਆਪਣੇ ਬੈਂਟ ਨਹੀਂ ਦੇਖਦੇ ਕਿ ਮੈਂ ਪ੍ਰੈਸਬਿਟੇਰੀਅਨ ਹਾਂ, ਮੈਂ ਮੈਨੋਨਾਈਟ ਹਾਂ, ਮੈਂ ਪੈਂਟੀਕੋਸਟਲ ਹਾਂ, ਜਿਹੜੇ ਇਹਨਾਂ ਚੀਜ਼ਾਂ ਤੋਂ ਅੱਗੇ ਨਿਕਲਦੇ। ਅਸੀਂ ਆਪਣੀ ਡਿਨੋਮੀਨੇਸ਼ਨਸ ਨੂੰ ਉਹਨਾਂ ਨੇ ਤਾਂ ਬੱਚਾ ਬਣਾਇਆ ਸੀ, ਸਾਡੀਆਂ ਡਿਨੋਮੀਨੇਸ਼ਨ ਸਾਡੇ ਲਈ ਗਾਂ ਬਣ ਕੇ ਬਹਿ ਗਈ। ਉਹਨਾਂ ਨੇ ਹੋਲੀ ਕਾਫ ਬਣਾਇਆ ਸੀ, ਅਸੀਂ ਹੋਲੀ ਕਾਓ ਬਣਾਈ। We have to let it go. ਭਲਾਈ, ਸੱਚਾਈ ਜਿੱਥੋਂ ਮਿਲਦੀ ਆ ਉਸ ਨੂੰ ਲਓ, ਚਾਹੇ ਕੋਈ ਵੀ ਕਿਸੇ ਦਾ ਕੋਈ ਵੀ ਬੈਂਟ ਹੋਵੇ। ਜਿਹੜੀ ਚੀਜ਼ ਠੀਕ ਆ ਤੁਸੀਂ ਸੁਣਦੇ ਪਏ ਆ, ਕਹਿ ਦੋ ਕਿ ਇਹ ਮੇਰੀ ਨਹੀਂ ਹੈ, ਇਹ ਮੇਰੀ ਨਹੀਂ ਹੈ। ਕੀ ਇਹ ਵਚਨ ਦੇ ਜਿਸ ਚੀਜ਼ ਮੈਂ ਵਚਨ ਦੀ ਤਕੜੀ ਦੇ ਵਿੱਚ ਪਾ ਕੇ ਤੋਲਣਾ ਤੇ ਇਹ ਸਹੀ ਸਿੱਧ ਹੋਏਗੀ ਕਿ ਨਹੀਂ ਹੋਏਗੀ। Keep it on that. ਅਗਰ ਉਹ ਲੈ ਕੇ ਅਸੀਂ ਤੁਰਦੇ ਹਾਂ ਤੇ ਫਿਰ ਕਿਉਂਕਿ ਜਿਸੇ ਤੀਰ ਦਾ ਨਿਸ਼ਾਨਾ ਲਾਇਆ ਜਾਂਦਾ ਨਾ,
ਤੇ ਤੁਹਾਨੂੰ ਥੋੜਾ ਜਿਹਾ ਨਿਸ਼ਾਨਾ ਇੱਕ ਪਾਸੇ ਨੂੰ ਡਿੰਗਾ ਕਰਨਾ ਪੈਂਦਾ ਤੇ ਫਿਰ ਮੀਲਾਂ ਜਿੱਦਾਂ ਜਿੱਦਾਂ ਦੂਰ ਜਾਈ ਜਾਂਦਾ ਉਹ ਦੂਰ ਮੀਲ ਪਰੇ ਜਾ ਕੇ ਲੱਗਦਾ 1 ਮਿਲੀਮੀਟਰ ਜਿਸ ਲਈ ਵੀ ਉਹਨੂੰ ਅਸੀਂ ਕਰ ਦਈਏ ਇੱਕ ਪਾਸੇ ਉਹ ਫਿਰ ਮੀਲਾਂ ਦੂਰ ਜਿੰਨੀ ਦੂਰੀ ਤੇ ਜਾਂਦਾ ਇੱਕ ਪਾਸ ਉਹ ਉਧਰਲੇ ਪਾਸੇ ਦੂਰ ਜਾ ਕੇ ਲੱਗਦਾ ਸੋ ਸਾਨੂੰ ਉੱਥੋਂ ਹੀ ਸਾਨੂੰ ਪੜ ਲੈਣਾ ਚਾਹੀਦਾ ਮੈਂ ਸਾਰੀ ਦੁਨੀਆ ਨੂੰ ਸਹੀ ਕਰਨ ਦੇ ਲਈ ਇੱਥੇ ਨਹੀਂ ਬੈਠਾ ਮੈਂ ਕਰ ਵੀ ਨਹੀਂ ਸਕਦਾ ਪਰ ਮੈਂ ਆਪਣੇ ਆਪ ਨੂੰ ਇਸ ਕਰਕੇ ਮੈਂ ਜਿਹੜੀ ਮਰਜ਼ੀ ਡਿਨੋਮੀਨੇਸ਼ਨ ਦੀ ਚਰਚ ਦੇ ਵਿੱਚ ਬੈਠਾ ਹਾਂ ਮੈਂ ਤਾਂ ਕੁਝ ਨਾ ਕੁਝ ਲੈ ਕੇ ਆਉਣਾ ਇਹੋ ਹੀ ਕਾਰਨ ਕਿ ਜਿਹੜੀ ਚੀਜ਼ ਸੁਣਨੀ ਆ ਉਸਨੂੰ ਵਚਨ ਦੀ ਤਕੜੀ ਦੇ ਵਿੱਚ ਪਾਉਣਾ ਔਰ ਦੇਖਣਾ ਕਿ ਇਹ ਲਾਈਨ ਦੇ ਵਿੱਚ ਆ ਜਾਂ ਇੱਕ ਪਾਸੇ ਨੂੰ ਨਿਕਲਦੀ ਪਈ ਜੇ ਇੱਕ ਪਾਸੇ ਨੂੰ ਨਿਕਲਦੀ ਪਈ ਭਾਵੇਂ ਜਿੰਨਾ ਮਰਜ਼ੀ ਰੌਲਾ ਗੋਲਾ ਪੈਂਦਾ ਪਿਆ ਹੋਵੇ and that's how we keep ਇਸ ਤਰੀਕੇ ਦੇ ਨਾਲ ਅਸੀਂ ਪ੍ਰਭੂ ਦੇ ਨਾਲ ਚੱਲਦੇ ਹਾਂ ਔਰ ਇਹ ਸਾਨੂੰ ਲੂਣ ਜਿਹੜਾ ਸਾਡਾ ਉੱਥੇ ਕੰਮ ਕਰਦਾ ਪਰ ਰੋਸ਼ਨੀ ਜਿਹੜੀ ਆ ਉਹ ਸਾਡੀ ਵੱਧਦੀ ਹੈ ਇਹ ਜਿਹੜੀਆਂ ਹਿੱਸੇ ਆ 13 ਤੋਂ ਲੈ ਕੇ 16 ਤੱਕ ਆਪਣੇ ਆਪ ਦੇ ਵਿੱਚ ਇਹਨਾਂ ਦਾ ਕੋਈ ਮਤਲਬ ਇਹ ਜਿਹੜਾ ਹਿੱਸੇ ਆ ਇਹ ਪੂਰੇ ਕੰਟੈਕਸਟ ਦੇ ਵਿੱਚ ਜਿਸ ਲਈ ਇਹਨਾਂ ਨੂੰ ਪੜ੍ਹਦੇ ਫਿਰ ਇਹਨਾਂ ਦਾ ਕੋਈ ਮਤਲਬ ਸੋ ਉਸ ਤੋਂ ਬਾਅਦ ਧੰਨ ਉਹ ਲੋਕ ਹਨ ਜਿਨ੍ਹਾਂ ਦੇ ਮਨ ਪਵਿੱਤਰ ਹਨ ਧੰਨ ਉਹ ਲੋਕ ਹਨ ਜਿਹੜੇ ਦਇਆਵਾਨ ਹਨ ਪਰਮੇਸ਼ਵਰ ਉਹਨਾਂ ਉੱਤੇ ਦਇਆ ਕਰੇਗਾ ਕਿਉਂ ਦਿਆਲੂ ਕਿਰਪਾਲੂ ਗੁੱਸਾ ਕਰਨ ਵਿੱਚ ਮੱਠਾ ਪਰਮੇਸ਼ਵਰ ਸਾਡਾ ਪ੍ਰਭੂ ਯਿਸੂ ਮਸੀਹ ਨੂੰ ਜਿਹੜਾ ਮੁਰਦਿਆਂ ਦੇ ਵਿੱਚ ਉਠਾਇਆ ਗਿਆ ਉਹਨੂੰ ਬਹੁਤਿਆਂ ਦਾ ਜੇਠਾ ਭਰਾ ਕਿਹਾ ਗਿਆ ਔਰ ਸਾਨੂੰ ਉਹਦੇ ਵਾਂਗ ਬਣਨ ਦੇ ਲਈ ਚੁਣਿਆ ਗਿਆ ਪ੍ਰਭੂ ਨੇ ਉਹਦੇ ਵਾਂਗ ਸਾਨੂੰ ਬਣਾਉਣਾ ਉਸ ਦੇ ਲਈ ਸਾਡਾ ਚੁਣਾਵ ਕੀਤਾ ਗਿਆ ਔਰ ਉਹ ਦਇਆ ਦਾ ਫਲ ਸਾਡੇ ਵਿੱਚ ਹੋਣਾ ਚਾਹੀਦਾ ਉਹ ਆਉਣਾ ਚਾਹੀਦਾ ਧੰਨ ਉਹ ਲੋਕ ਹਨ ਜਿਨ੍ਹਾਂ ਦੇ ਮਨ ਪਵਿੱਤਰ ਹਨ ਉਹ ਪਰਮੇਸ਼ਵਰ ਦੇ ਦਰਸ਼ਨ ਕਰਨ ਜਿਹੜੀ ਮਨ ਦੀ ਜਿਹੜੀ ਪਵਿੱਤਰਤਾ ਆ ਕੱਪੜੇ ਦੀ ਜਿਹੜੀ ਸਫਾਈ ਹੁੰਦੀ ਹੈ ਨਾ ਉਹ ਇੱਥੋਂ ਨਹੀਂ ਦੇਖੀ ਜਾਂਦੀ ਕਿ ਇਹ ਕਿੰਨਾ ਸਾਫ਼ ਆ ਉਹ ਇੱਥੋਂ ਦੇਖੀ ਜਾਂਦੀ ਹੈ ਕਿ ਇਹਦੇ ਵਿੱਚੋਂ ਕਿੰਨੀ ਗੰਦਗੀ ਨਿਕਲ ਗਈ ਜਿਹੜੇ ਕੱਪੜੇ ਤੇ ਦਾਗ ਲੱਗ ਜਾਵੇ ਕਿਸੇ ਚੀਜ਼ ਦਾ ਇਸ ਲਈ ਉਸ ਨੂੰ ਧੋਂਦੇ ਆ ਆਲੇ ਦੁਆਲੇ ਬਾਕੀ ਸਾਰਾ ਸਾਫ਼ ਹੁੰਦਾ ਪਰ ਉਹ ਦਾਗ ਦੀ ਜਗ੍ਹਾ ਤੇ ਫਿਰ ਨਿਕਲ ਜਾ ਦਾਗ ਰਹੇ ਫਿਰ ਅਸੀਂ ਕੋਈ ਹੋਰ ਚੀਜ਼ ਉੱਤੇ ਵਰਤਦੇ ਹਾਂ ਫਿਰ ਉਸ ਨੂੰ ਧੋਣੇ ਔਰ ਆਹਿਸਤਾ ਆਹਿਸਤਾ ਜਿਸ ਲਈ ਉਹ ਦਾਗ ਸਾਫ਼ ਹੋ ਜਾਂਦਾ ਤੇ ਫਿਰ ਅਸੀਂ ਖੁਸ਼ ਹੁੰਦੇ ਕਿ ਲੈ ਕੱਪੜਾ ਬਚ ਗਿਆ ਕੱਪੜਾ ਬਚ ਗਿਆ ਸੇਮ ਆਪਣੀ ਲਾਈਫ ਨੂੰ ਵੀ ਅਸੀਂ ਇੱਥੇ ਦੇਖਦੇ ਹਾਂ ਇਸੇ ਕਰਕੇ ਦਾਊਦ ਨੇ ਕੀ ਕਿਹਾ ਸੀ ਕਿ ਜੁੱਫੇ ਦੇ ਨਾਲ ਮੈਨੂੰ ਧੋ ਤੇ ਮੈਂ ਸਾਫ਼ ਹੋ ਜਾਵਾਂ ਇਸ ਚੀਜ਼ ਦੇ ਲਈ ਰੋਂਦਾ ਪਿਆ ਸੀ ਆਪਣੀ ਆਤਮਾ ਦੀ ਪਵਿੱਤਰਤਾ ਲਈ ਜਿੱਥੋਂ ਆਪਣੀ ਪਵਿੱਤਰ ਆਤਮਾ ਨਾਲ ਕਿਉਂਕਿ ਤੁਮਨੇ ਸਾਊਲ ਦਾ ਹਾਲ ਦੇਖ ਲਿਆ ਸੀ ਕੀ ਹੋਇਆ ਸੀ ਜਾਨਵਰਾਂ ਵਾਂਗ ਆਲਾ ਉਸਦੀ ਉਹ ਕਰਦਾ ਸੀ ਜਿਹੜਾ ਜਾਨਵਰ ਕਰਦੇ ਉਸਨੇ ਕਿਹੜੀ ਚੀਜ਼ ਦੇ ਲਈ ਉੱਥੇ ਰੋ ਗਿਆ ਪਵਿੱਤਰ ਕਿਸੇ ਚੀਜ਼ ਦੇ ਲਈ ਐਕਸਕਿਊਜ਼ ਨਹੀਂ ਦੇਣਾ ਬਣਾਈ ਦਾ ਮੈਂ ਕਿਸੇ ਚੀਜ਼ ਲਈ ਐਕਸਕਿਊਜ਼ ਨਹੀਂ ਮੈਨੂੰ ਪ੍ਰਭੂ ਨੇ ਇਹ ਚੀਜ਼ ਸਿਖਾਈ ਅਗਰ ਤੂੰ ਗਲਤ ਹੈ ਤੂੰ ਗਲਤ ਦੱਸੋ just release everything ਇਹ ਜਿੱਦਾਂ ਉਹ ਫਿੰਸੀ ਦੇ ਵਿੱਚ ਪਸ ਨਿਕਲ ਜਾਂਦੀ ਹੈ ਨਾ ਏਦਾਂ ਹੋ ਜਾਂਦਾ ਫਿਰ ਰਿਲੀਜ਼ ਹੋ ਜਾਂਦੀ ਹੈ ਸਕਿਨ ਰਿਲੀਜ਼ ਹੋ ਜਾਂਦੀ ਹੈ ਇੱਕੋ ਵਾਰੀ ਪਸ ਕੱਢਣ ਨੂੰ ਦੁੱਖ ਲੱਗਦਾ and that's what we have to do
जिसलिए ਅਸੀਂ प्रभु और स्वाय प्रभु तो कुछ ਹੁੰਦਾ नहीं, बस वो दाग लेके जाओ प्रभु जी आ अपवित्र आ चीज मेरे अंदर अपवित्र, और ये मंदिर आ तेरा पवित्र आत्मा का इसके अंदर वास है, पर मेरे अंदर आ भी है। और फिर प्रभु साडी मदद कर ਹੁੰਦਾ, प्रभु की मदद के नाल ਅਸੀਂ नहीं अपने आप को साफ कर सकते, पर सानू जाना पैंदा, सानू अपने आप को छज दे विच पा के छड्डना पैंदा भाई, फिर सानू साडे उत्ते प्रभु की रहम आउंदी। और फिर की कह रहा, धन वो लोग हैं जिन्हां दे मन पवित्र हैं, परमेश्वर के दर्शन करनगे, धन वो लोग हैं जिहड़े दूसरिਆਂ दे विच शांति करनगे। ये हमेशा इस चीज को याद, शांति करवानी इन्नी सौखी नहीं होंगी, पर असी राजसी विरोधों का दल प्रभु की चुनी हुई कौम, सो भरावां दे विच शांति, अगर कोई चीज सानू किसी के बारे पता भी किसी के पाप जन्म के नाल असी कोई वड्डे नहीं बन सकते। Prayer is the biggest thing. Pray for that person. God will heal. और वो असी उसके नाल उस दुआ दे नाल प्रभु दे विच और उस बंदे दे विच प्रभु दे विच शांति करनी, शालोम पीस दे शांति दे, जिसलिए इत्थे पहुंचांगे फिर असी इसनूं चंगी तरह खोल के देखेंगे। परमेश्वर की संतान कहाउणगे तन वो लोग हैं जिहड़े सत दे कारण सताए जाते हैं, वो स्वर्ग दे राज के भागी होंगे। सो 10 तो लैके 12 तक ये सेम चीज है, सेम आएगा। तन तुसीं हो हुण वो जिहड़ी चीज प्रभु ने कही। सो सब तो पहला प्रभु ने एक तुसीं ये कह सकते हैं कि उसने एक साडे मोरे एक एग्जाम्पल बना के रखी, जब तुसीं मेरे कोल आउंदे आ ते मेरे कोल इन्हां चीज़ां दे लई आओ, जिसलिए तुहाडे मन दी तन दी आत्मा दी गल आ ते तुसीं इन्हां चीज़ां नूं लैके आओ। तुहाडा मन और तन, तुहाडा मन और आत्मा जे मेरे नाल जुड़ी रहेगी ते शरीर दीयां जरूरतां तुहाडे पिछे पिछे दौड़नियां पैणगियां। सिंपल इज दैट। सो हुण जिन्हां नूं लूण कहना आ उन्हां नूं प्रभु ये कह रहे हैं, उन्हां दे नाल की कुछ होना इस इन्हां आयतां च सानूं पता लगदा। तन तुसीं हो, जदों मेरे चेले होण दे कारण लोग तुहानूं बेपत करन, तुहानूं दुख देण, तुहाडे विरुद्ध हर तरह दीयां बुरीआं अते झूठियां गल्लां कहण, आनंदित होवो, खुशी मनाओ, क्योंकि स्वर्ग विच तुहाडे लई बहुत बड़ा इनाम है। इसे तरह तुहाडे तो पहला नबियां नूं सताया गया सी। कितनी बड़ी प्रभु ने बरकत दी है। अज साडियां चर्चां दे विच बड़ी दौड़ चली हुआ कि जी जिहड़ी नबूवत दी प्रोफेसी दी बड़ियां चीज़ां चलियां। प्रभु माफ करे एवं झल जा खिलारदे आ, बाद दे विच कहंदे हाँ जी प्रभु ने ये चीज कही। It's not that easy. It's not that easy. आ चीज़ां दा होना पहला जरूरी है। इन्हां चीज़ां दे लई मैनूं प्रभु ने दे कोल जाना पैना। आ जिहड़ियां चीज़ां उस प्रभु ने कहियां, ये साडे जिहड़ा मन और आत्मा नूं साफ करन दे लई कहियां, ताकि साडा शरीर, साडे हाथ और पैर और अखां सही रस्ते ते चलन। छोटे रस्ते ते चलण दे लई ये चीज़ां बहुत जरूरी है। और फिर जिहड़ा इन्हां चीज़ां दा सब तो बड़ा इनाम वो है प्रभु दे लई सताया जाना, ना कि मेरिया कम्मां करके लोग सताउंदे। मैं कहना क्योंकि मैं क्रिश्चियन हाँ ते तां लोग नहीं भाई, वो मेरिया कम्मां करके देते, मेरिया करतूतां दे करके देते, मैनूं सताउंदे नहीं पए, मेरे काम ही इदां दे। पर जिसलिए
ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਂਦੇ ਹਾਂ। ਤੇ ਪਿਆਰੇ ਪ੍ਰਭੂ, ਮੈਂ ਤੀਸਰੀ ਆਇਤ ਦੇ ਵਿੱਚ ਦੇਖਿਆ ਕਿ ਮੇਰੀ ਆਤਮਾ ਦੀ ਲੋੜ ਆ। ਮੇਰੀ ਜ਼ਿੰਦਗੀ ਦੇ ਵਿੱਚ ਪਾਪ ਆ, ਲੇਕਿਨ ਮੈਂ ਉਸ ਪਾਪ ਨੂੰ ਲੈ ਕੇ ਆਨੰਦ ਦੇ ਵਿੱਚ ਆ, ਸਰੂਪ ਦੇ ਵਿੱਚ ਨਹੀਂ। ਮੇਰੀਆਂ ਅੱਖਾਂ ਦੇ ਵਿੱਚ ਬੁਰਾਈ, ਮੇਰਾ ਮਨ ਦੀਨ ਹੈ। ਮੈਂ ਆਪਣੇ ਛੋਟੇ ਛੋਟੇ ਨੁਕਤਿਆਂ ਦੇ ਨਾਲ ਭਰਾਵਾਂ ਦੇ ਵਿੱਚ ਲੜਾਈ ਕਰਾਉਣਾ ਪਿਆ। ਇਸੇ ਜਿਸ ਲਈ ਇਹ ਚੀਜ਼ਾਂ ਤੋਂ ਸਾਫ਼ ਸਫਾਈ ਆਉਂਦੀ ਆ। ਔਰ ਅਸੀਂ ਉੱਥੇ ਦੇਖਦੇ ਪਏ ਹਾਂ ਪ੍ਰਭੂ ਦੇ ਤੰਬੂ ਨੂੰ ਕਿੱਦਾਂ ਪਵਿੱਤਰ ਰੱਖਿਆ ਗਿਆ। That's what we are. ਅਸੀਂ ਤੰਬੂ ਆ ਪ੍ਰਭੂ ਦੇ। ਇਹ ਸ਼ਰੀਰ ਪ੍ਰਭੂ ਦਾ ਤੰਬੂ ਆ। ਔਰ ਇਹਦੇ ਲਈ ਸੰਤ ਪੌਲੁਸ ਨੇ ਕਿਹਾ ਕਿ ਅਸੀਂ ਉਸ ਤੰਬੂ ਦੀ ਤਰ੍ਹਾਂ ਇਸ ਸ਼ਰੀਰ ਦੇ ਵਿੱਚ ਕਰਾਉਣੇ ਪਏ। ਕਿਉਂ? ਉਸ ਦਿਨ ਦਾ ਇੰਤਜ਼ਾਰ ਕਰਦੇ ਪਏ ਜਦੋਂ ਸਾਨੂੰ ਪੱਕਾ ਮਿਲੇਗਾ, ਪੱਕਾ ਘਰ ਮਿਲੇਗਾ। ਸੋ ਜਿਸ ਲਈ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ। ਫਿਰ ਉਹ ਕਹਿੰਦਾ ਕਿ ਧੰਨ ਤੁਸੀਂ ਹੋ ਜਦੋਂ ਮੇਰੇ ਚੇਲੇ ਹੋਣ ਦੇ ਕਾਰਨ ਲੋਕ ਤੁਹਾਨੂੰ ਬੇਪਤ ਕਰਨ, ਤੁਹਾਨੂੰ ਦੁੱਖ ਦੇਣ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀਆਂ ਬੁਰੀਆਂ ਤੇ ਝੂਠੀਆਂ ਗੱਲਾਂ ਕਹਿਣ। ਜਿਹੜੀ ਸੱਚ ਗੱਲ ਉਹ ਨਹੀਂ ਕਿ ਜਿਹੜੇ ਕੰਮ ਮੈਂ ਕਰਦਾ ਪਿਆ ਤੇ ਉਹ ਮੈਨੂੰ ਕਹਿੰਦੇ ਪਏ ਆ ਤੇ ਮੈਂ ਕਹਾਂ ਨਾ ਜੀ ਮੈਂ ਪ੍ਰਭੂ ਦੇ ਰਿਸ਼ਤਾ ਹੈ। ਮਤਲਬ ਉਹਨਾਂ ਨੂੰ ਗੱਲਾਂ ਬਣਾਉਣੀਆਂ ਪੈਣ। ਤਾਂ ਫਿਰ ਕੀ ਮੈਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਪੈਣਾ? ਐਬਸੋਲੂਟਲੀ ਨਾਟ। ਦੈਟਸ देयर ਪ੍ਰੋਬਲਮ। ਉਹਨਾਂ ਦਾ ਆਪਣਾ ਗੰਦ ਆਪਸ ਹੈ, ਉਹਨਾਂ ਦਾ ਆਪਣਾ ਗੰਦ। ਕਿਉਂ? ਕਿਉਂਕਿ ਮੈਨੂੰ ਫਿਰ ਪ੍ਰਭੂ ਦੀ ਧੀਰਜ ਜਿਹੜੀ ਆ ਉਹ ਮੇਰੇ ਅੰਦਰ ਹੋਏਗੀ। ਔਰ ਜਿਹੜਾ ਪ੍ਰਭੂ ਦੀ ਅਸੀਸ ਆ ਉਹ ਮੇਰੇ ਨਾਲ ਹੋਏਗੀ। ਪ੍ਰਭੂ ਦੀ ਜਿਹੜੀ ਤ੍ਰਿਪਤੀ ਆ ਉਹ ਮੇਰੇ ਨਾਲ ਹੋਏਗੀ। ਮੈਨੂੰ ਉਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪਏਗਾ। ਉਹਨਾਂ ਦੇ ਕਹਿਣ ਨਾ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪ੍ਰਭੂ ਦੀ ਹਜ਼ੂਰੀ ਨਾਲ। ਔਰ ਜਿਸ ਲਈ ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਪਰ ਫਿਰ ਕਹਿੰਦਾ ਡਰੋ ਨਹੀਂ, ਤੁਹਾਡੇ ਤੋਂ ਪਹਿਲਾਂ ਨਬੀਆਂ ਨੂੰ ਵੀ ਉਹਨਾਂ ਨੇ ਨਸੀਹਤ ਕਰ ਸਕਦਾ। ਫਿਰ ਇਹ ਸਾਨੂੰ ਇਹ ਬਰਕਤ ਸਾਨੂੰ। ਤਾਂ ਫਿਰ ਜਾ ਕੇ ਪ੍ਰਭੂ ਨੇ ਕਿਹਾ ਤੁਸੀਂ ਸੰਸਾਰ ਦੇ ਲੂਣ ਹੋ। ਜਿਸ ਤਰ੍ਹਾਂ ਪ੍ਰਭੂ ਨੇ ਲੇਵੀ ਦੇ ਕਬੀਲੇ ਨੂੰ ਕਿਹਾ ਸੀ ਕਿ ਤੁਸੀਂ ਤੁਹਾਡੇ ਦੇ ਨਾਲ ਇੱਕ ਮੈਂ ਜਿਹੜਾ ਨਮਕ ਦਾ ਨੇਮ ਬੰਨਿਆ ਹੈ। ਤੁਸੀਂ ਨਮਕ ਆ ਇਜ਼ਰਾਈਲ ਕੌਮ ਦੇ ਲਈ। ਤੁਹਾਡੀ ਆਪਣੀ ਕੋਈ ਜ਼ਮੀਨ ਜਾਇਦਾਦ ਨਹੀਂ ਹੋਏਗੀ ਔਰ ਮੈਂ ਤੁਹਾਡਾ ਵਿਰਸਾ ਹਾਂ। ਮੈਂ ਤੁਹਾਨੂੰ ਪ੍ਰੋਵਾਈਡ ਕਰਾਂ। ਉਸੇ ਚੀਜ਼ ਨੂੰ ਜਿਸ ਲਈ ਅਸੀਂ ਇੱਥੇ ਆ ਕੇ ਦੇਖਦੇ ਪਏ ਜੋ ਪ੍ਰਭੂ ਸਾਨੂੰ ਹੁਣ ਕਹਿ ਰਿਹਾ। ਉੱਥੇ ਲੇਵੀ ਦੇ ਕਬੀਲੇ ਨੂੰ ਕਿਹਾ, ਇੱਥੇ ਪ੍ਰਭੂ ਸਾਨੂੰ ਕਹਿ ਰਿਹਾ। ਕਿਉਂ? ਕਿਉਂਕਿ ਅਸੀਂ ਇੱਕ ਚੁਣਿਆ ਹੋਇਆ ਵੰਸ਼, ਰਾਸ਼ੀ ਪ੍ਰੋਤਾ ਕਰਦਾ, ਪ੍ਰਭੂ ਦੇ ਆਪਣੇ ਲੋਕ। ਸੋ ਇਸ ਲਈ ਜਿਸ ਲਈ ਅਸੀਂ ਇਹਨੂੰ ਦੇਖਦੇ ਪਏ ਹਾਂ, ਕਹਿੰਦਾ ਕਿ ਤੁਸੀਂ ਸੰਸਾਰ ਦੇ ਲੂਣ ਹੋ, ਪਰ ਜੇਕਰ ਲੂਣ ਆਪਣਾ ਸਵਾਦ ਗਵਾ ਦੇਵੇ ਫਿਰ ਉਹ ਕਿਸੇ ਤਰ੍ਹਾਂ ਦਾ ਉਸ ਨੂੰ ਸਵਾਦਲਾ ਨਹੀਂ ਬਣਾਇਆ ਜਾ ਸਕਦਾ। ਉਹ ਫਿਰ ਕਿਸੇ ਕੰਮ ਦਾ ਨਹੀਂ ਰਹਿੰਦਾ ਸਿਵਾਏ ਬਾਹਰ ਸੁੱਟੇ ਜਾਣ ਅਤੇ ਲੋਕਾਂ ਦੇ ਪੈਰਾਂ ਦੇ ਹੇਠ ਦਿੱਤੇ ਜਾਣ। ਸੋ ਲੂਣ ਦਾ ਸਵਾਦ ਕਿੱਦਾਂ ਕਾਇਮ ਰੱਖਣਾ? ਕਿ ਮੈਂ ਆਪਣੇ ਆਪ ਰੱਖ ਸਕਦਾ? ਨਹੀਂ। ਕੌਣ ਰੱਖ ਸਕਦਾ? ਪ੍ਰਭੂ ਰੱਖ ਸਕਦਾ। ਇਸ ਤਰ੍ਹਾਂ ਜਿਸ ਵੇਲੇ ਵੀ ਮੈਂ ਇਹਨਾਂ 'ਚ ਕੋਈ ਵੀ ਚੀਜ਼ 3 ਆਇਤ ਤੋਂ ਲੈ ਕੇ 10 ਆਇਤ ਤੱਕ ਜਿਸ ਵੇਲੇ ਮੈਂ ਕੋਈ ਵੀ ਚੀਜ਼ ਦੇਖਦਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਇਹ ਜਿਹੜੀ ਚੀਜ਼ ਆ ਇਹਦਾ ਜਿਹੜਾ ਐਂਗਲ ਆ ਉਹ ਥੜਕ ਗਿਆ, ਮੈਂ ਰਸਤੇ ਤੋਂ ਮੈਂ ਇੱਕ ਪਾਸੇ ਹੋ ਗਿਆ। ਅਗਰ ਮੈਂ ਪ੍ਰਭੂ ਦੇ ਕੋਲ ਜਾਣਾ ਉਹਨਾਂ ਚੀਜ਼ਾਂ ਨੂੰ, ਪ੍ਰਭੂ ਜੀ ਆ ਮੇਰੀ ਜ਼ਿੰਦਗੀ ਦੇ ਵਿੱਚ ਆ ਨਵੀਂ ਚੀਜ਼ ਮੈਨੂੰ ਪਤਾ ਲੱਗੀ ਆਪਣੇ ਬਾਰੇ। ਆ ਮੈਨੂੰ ਨਵੀਂ ਚੀਜ਼ ਪਤਾ ਲੱਗੀ ਆਪਣੇ। ਔਰ ਪ੍ਰਭੂ ਉਸ ਜ਼ਖਮ ਨੂੰ ਹੀਲ ਕਰ, ਉਹ ਅੰਤ ਕਰਨ ਦੇ ਜ਼ਖਮ ਨੂੰ ਹੀਲ ਕਰੇਗਾ। ਤਾਂ ਫਿਰ ਤੁਸੀਂ ਨਬੂਵਤ ਕਰੋਗੇ। ਫਿਰ ਤੁਸੀਂ ਨਬੂਵਤ ਕਰੋਗੇ। ਪਰ ਫਿਰ ਜਿਹੜੀ ਗੱਲ ਪ੍ਰਭੂ ਤੁਹਾਨੂੰ ਦੱਸੇਗਾ ਉਸ ਦੇ ਵਿੱਚ ਸੱਚਾਈ ਹੋਏਗੀ।
ਉਹ ਦੂਸਰੇ ਤੇ ਅਸਰ ਕਰੇਗਾ, ਉਸਦੀ ਜ਼ਿੰਦਗੀ, ਦੂਸਰੇ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਏਗਾ। ਕਿਉਂ? ਕਿਉਂਕਿ ਉਹ ਲੂਣ ਦਾ ਸਵਾਦਲਾਪਣ ਉਹਦੀ ਜ਼ਿੰਦਗੀ ਦੇ ਵਿੱਚ ਗਿਆ, ਹੁਣ ਉਹਦੀ ਜ਼ਿੰਦਗੀ ਸਵਾਦਲੀ ਹੋ ਰਹੀ ਹੈ, ਉਹ ਆਪਣੇ ਰਸਤਿਆਂ ਨੂੰ ਬਦਲੇ। ਔਰ ਇਸੇ ਕਰਕੇ ਕਿਹਾ ਕਿ ਜੇਕਰ ਤੁਸੀਂ ਸੰਸਾਰ ਦੇ ਚਾਨਣ ਹੋ, ਪਹਾੜ ਦੇ ਉੱਤੇ ਬਣਿਆ ਸ਼ਹਿਰ ਲੁਕ ਨਹੀਂ ਸਕਦਾ। ਕੋਈ ਦੀਵਾ ਬਾਲ ਤੇ ਟੋਕਰੇ ਦੇ ਹੇਠ ਨਹੀਂ ਰੱਖਦਾ, ਸਗੋਂ ਦਿਖਾਵੇ ਉੱਤੇ ਰੱਖਦਾ ਹੈ ਕਿ ਉਸ ਨੂੰ ਘਰ ਦੇ ਸਭ ਲੋਕ ਉਸ ਨੂੰ ਦੇਖਣ। ਇਸੇ ਤਰ੍ਹਾਂ ਤੁਹਾਡਾ ਚਾਨਣ ਲੋਕਾਂ ਦੇ ਸਾਹਮਣੇ ਚਮਕੇ ਕਿ ਤੁਹਾਡੇ ਚੰਗੇ ਕੰਮਾਂ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਜੋ ਸਵਰਗ ਦੇ ਵਿੱਚ ਹੈ ਵਡਿਆਈ ਹੋਵੇ। ਔਰ ਇਹ ਕੀ ਚੀਜ਼ ਹੈ? ਨਮਕ ਦੇ ਨਾਲ ਨਾਲ ਜਿਹੜੀ ਸਾਡੀ ਜ਼ਿੰਦਗੀ ਉਹ ਚਾਨਣ ਦੀ, ਉਹ ਚਾਨਣ ਦੀ। ਅਸੀਂ ਚਾਨਣ ਔਰ ਰਾਹ ਦਿਖਾਉਣ ਵਾਲੇ ਪ੍ਰਭੂ ਸਾਨੂੰ ਬਣਾਉਂਦਾ। ਔਰ ਫਿਰ ਲੋਕ ਸਾਡੀ ਜ਼ਿੰਦਗੀ ਦੇ ਲਈ ਪ੍ਰਭੂ ਦੇ ਨਾਮ ਨੂੰ ਧੰਨ ਕਹਿੰਦੇ, ਪ੍ਰਭੂ ਦੇ ਨਾਮ ਨੂੰ ਧੰਨ ਕਹਿੰਦੇ। And that is ਇਸ ਤਰੀਕੇ ਦੇ ਨਾਲ ਪ੍ਰਭੂ ਸਾਨੂੰ ਆਪਣਾ ਲੋੜ ਦਿੰਦਾ, ਇਸ ਤਰੀਕੇ ਦੇ ਨਾਲ ਉਹ ਸਾਨੂੰ ਸਵਾਦਲਾ ਰੱਖਦਾ। ਔਰ ਇਸੇ ਦੇ ਕਾਰਨ ਹੀ ਜਿਹੜੀਆਂ ਫਰੀਸੀਆਂ ਨੂੰ, ਸਦੂਕੀਆਂ ਨੂੰ, ਧਰਮ ਗ੍ਰੰਥੀਆਂ ਨੂੰ ਜਿਹੜੇ ਸਰਾਫ ਮਿਲੇ ਸੀ ਪ੍ਰਭੂ ਯਿਸੂ ਮਸੀਹ ਦੇ ਕੋਲ, धिक्कार आ तुहाडे उत्ते, धिक्कार आ तुहाडे उत्ते, ਤੁਹਾਨੂੰ ਕਿਹੜੀ ਜਗ੍ਹਾ ਤੇ ਪ੍ਰਭੂ ਨੇ ਬਿਠਾਇਆ ਸੀ, ਤੁਸੀਂ ਕੀ ਕਰਦੇ ਭਾਈ। ਔਰ ਫਿਰ ਕਿ ਉੱਥੇ ਕੀ ਆ, ਜਿਹੜੀ ਦੇਖਣ ਵਾਲੀ ਚੀਜ਼ ਆ, ਮੇਰੇ ਨਾਲ ਮੱਤੀ ਦੇ ਵਿੱਚ ਹੀ ਆ ਜਾਓ, ਪਿੱਛੇ ਨੂੰ ਚੱਲੀਏ ਥੋੜਾ ਜਿਹਾ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਲੂਣ ਦਾ ਸਵਾਦ ਸੀ ਉਹ ਗਵਾ ਲਿਆ ਸੀ। ਔਰ ਇਸ ਕਰਕੇ ਪ੍ਰਭੂ ਨੇ ਉਹਨਾਂ ਨੂੰ ਇਹ ਇਸ ਤਰ੍ਹਾਂ ਪ੍ਰਭੂ ਨੇ ਉਹਨਾਂ ਨੂੰ धिक्कार पाई सी। ਇਹ ਲੇਵੀ ਕਬੀਲੇ ਦੇ ਲੋਕ, ਇਹ ਉਹ ਲੋਕ ਆ ਜਿਨ੍ਹਾਂ ਦੇ ਨਾਲ ਪ੍ਰਭੂ ਨੇ ਨਮਕ ਦਾ ਨੇਮ ਬੰਨਿਆ ਨੇ। ਤੁਸੀਂ ਕੌਮ ਦੇ ਲਈ ਨਮਕ ਬਣਨਾ ਹੈ, ਤੁਸੀਂ ਕੌਮ ਨੂੰ ਪ੍ਰਭੂ ਦੇ ਵਿੱਚ ਉਹਨਾਂ ਦੀ ਆਤਮਾ ਨੂੰ ਔਰ ਉਹਨਾਂ ਦੇ ਮਨ ਨੂੰ ਪ੍ਰਭੂ ਦੇ ਵਿੱਚ ਹਮੇਸ਼ਾ ਮਜ਼ਬੂਤ ਰੱਖਣਾ। ਔਰ ਫਿਰ ਕੌਮ, ਜੋ ਕੁਝ ਕੌਮ ਦਾ ਹੋਏਗਾ ਉਹ ਤੁਹਾਡੇ ਕੋਲ, ਜੋ ਉਹਨਾਂ ਦਾ ਹੱਕ ਹੋਏਗਾ, ਤੁਸੀਂ ਆਪਣੀ ਰਿਸਪੌਂਸਿਬਿਲਿਟੀ ਉਹਨਾਂ ਦੇ ਟੁਵਰਡ ਕਰਨੀ ਆ, ਔਰ ਜੋ ਤੁਹਾਡੇ ਹੱਕ ਹੋਣਗੇ ਉਹ ਤੁਹਾਨੂੰ ਉਹ ਪੂਰਾ ਕਰਨਾ। ਅਗਰ ਘੱਟ ਵੱਧ ਜਾਏਗਾ ਤੇ ਤੁਹਾਡਾ ਵਿਰਸਾ ਮੈਂ ਲੇਕਿਨ ਉਹਨਾਂ ਨੇ ਮੰਦਿਰ ਨੂੰ ਮੰਦੀ ਬਣਾ ਲਿਆ, ਬਾਹਰ ਭੇਡਾਂ ਬੱਕਰੀਆਂ ਰੱਖੀਆਂ। ਉਹ ਭੇਡ ਬੱਕਰੀ ਅੰਦਰ ਜਾਂਦੀ ਆ, ਉਹਦੇ ਕੰਨ ਚੋਂ ਮਾੜਾ ਜਿਹਾ ਲੋਹ ਕੱਢ ਕੇ ਬੇਦੀ ਨੂੰ ਲਾ ਕੇ ਦੂਏ ਰਸਤੇ ਆਣ ਕੇ ਆ ਜਾਂਦੀ, ਫਿਰ ਵੀ ਕਰਨ ਆ ਜਾਂਦੀ। ਔਰ ਇਹ ਕੰਮ ਉੱਥੇ ਚੱਲਦਾ। ਸੋ ਆਓ ਅਸੀਂ ਦੇਖੀਏ ਜਿਨ੍ਹਾਂ ਨੇ ਲੂਣ ਦਾ ਸਵਾਦ ਗਵਾਤਾ ਸੀ, ਜਿਹੜੇ ਨਮਕ ਕਹਾਏ ਸੀ ਔਰ ਉਹਨਾਂ ਨੇ ਸਵਾਦ ਗਵਾਤਾ ਸੀ। ਇਹ ਸਵਾਦ, ਇਹ ਹਿੱਸਾ ਅਸੀਂ ਤਾਂ ਪੜ੍ਹਨ ਲੱਗੇ ਹਾਂ ਤਾਂ ਕਿ ਅਸੀਂ ਉਸ ਲੂਣ ਦੇ ਸਵਾਦ ਦੇ ਵੱਲ ਨੂੰ ਵਧੀਏ। ਔਰ ਸਾਡੀ ਜਿਹੜੀ ਦੁਆ ਹੋਵੇ ਕਿ ਪ੍ਰਭੂ ਜੀ ਤੂੰ ਮੈਨੂੰ ਸੰਸਾਰ ਦਾ ਨਮਕ ਦਿਆ, ਤੂੰ ਮੈਨੂੰ ਸੰਸਾਰ ਦਾ ਚਾਨਣ ਦਿਆ, ਪਰ ਮੇਰੀ ਚਿਮਨੀ ਜਿਹੜੀ ਆ, ਜਿੱਦਾਂ ਇੰਡੀਆ ਵਿੱਚ ਲੈਂਪ ਹੁੰਦੀ ਸੀ ਨਾ, ਜੇ ਮਿੱਟੀ ਦਾ ਤੇਲ ਖਰਾਬ ਹੁੰਦਾ ਸੀ ਜਿਸ ਵੇਲੇ, ਤੇ ਉਹ ਕਾਲਾ ਕਰ ਦਿੰਦੀ ਸੀ। ਕਈ ਵਾਰੀ ਮਿੱਟੀ ਦਾ ਤੇਲ ਨਹੀਂ ਹੁੰਦਾ ਸੀ ਤਾਂ ਡੀਜ਼ਲ ਉਹ ਚ ਪਾ ਦਿੰਦੇ ਸੀ ਤਾਂ ਉਹ ਸਾਰਾ ਕਾਲੀ ਹੋ ਜਾਂਦੀ ਸੀ, ਔਰ ਫਿਰ ਕੋਈ ਰੋਸ਼ਨੀ ਨਹੀਂ ਆਉਂਦੀ ਸੀ, ਕੋਈ ਰੋਸ਼ਨੀ ਨਹੀਂ ਸੀ ਆਉਂਦੀ। ਉੱਥੇ ਜਾ ਕੇ ਅਸੀਂ ਪ੍ਰਭੂ ਨੂੰ ਕਹਿ ਸਕਦੇ ਕਿ ਮੇਰੀ ਚਿਮਨੀ ਕਾਲੀ ਹੈ, ਇੱਥੋਂ ਰੋਸ਼ਨੀ ਨਹੀਂ ਬਾਹਰ ਆ ਰਹੀ। ਮੈਂ ਤੇਰਾ ਨਮਕ ਤਾਂ ਤੂੰ ਮੈਨੂੰ ਜ਼ਰੂਰ ਕਿਹਾ, पर मेरी जिंदगी कोई स्वाद नहीं पैदा कर रही और बाप भी कोई वडियाई नहीं हो रही मेरी जिंदगी पे।
और प्रभु का कितना शुक्र है कि उसने वो ऐदां दियां दुआवां सुननियां मंगदा आ। प्रभु यीशु सानू ऐदां दियां दुआवां करन दे लई कह के गया आ और ਅਸੀਂ ਉਹਨਾਂ ਤੋਂ ਹਟ ਕੇ ਇਹਨਾਂ ਨੂੰ ਫਟਾਫਟ ਪੜ੍ਹ ਕੇ ਗਾਂ ਲੱਗ ਜਾਂਦੇ ਹਾਂ ਕਿਉਂਕਿ ਗਾਂ ਸਾਡੀ ਕੋਈ ਨਾ ਕੋਈ ਫੇਵਰਟ ਵਰਸ ਹੁੰਦੀ ਜਿਹਦੇ ਵੱਲ ਸਾਡੀ ਦੌੜ ਲੱਗੀ ਹੁੰਦੀ ਹੈ। ਇਹਨਾਂ ਚੀਜ਼ਾਂ ਨੂੰ ਉੱਥੇ ਛੱਡ ਜਾਂਦੇ ਜਿੱਥੇ ਪਈਆਂ ਉੱਥੇ ਛੱਡ ਜਾਂਦੇ और ये देखते नहीं गए, ये मेरे बारे का देखता ही नहीं कि तेनू प्रभु ने की किया। तेनू प्रभु ने क्या कि नबियां दे बराबर तेनू प्रभु ने बनाया। प्रभु ने तेनू वो क्या जो उसने सारी कौम दे सामने जो दूजियां कबीलियां दे लोग आके कह रहे हैं ते ਅਸੀਂ ਨਹੀਂ ਇਹ ਕਰ ਸਕਦੇ, ਇਹੋ ਹੀ ਕਰ ਸਕਦੇ ਆ, ਲੇਵੀ ਇਹ ਕੰਮ ਕਰ ਸਕਦੇ ਆ। तो प्रभु ने उन्होंने प्रूव किया कि हाँ मैं इन्होंने चुनिया, हाँ ये मेरे लिए, हाँ ये मेरे जेठे, हाँ मैं इन्होंने ਤੁਹਾਡੇ ਲਈ, ਤੁਹਾਡੀ आत्मा ਦੇ ਲਈ और ਤੁਹਾਡੇ being ਦੇ ਲਈ मैं इन्होंने ढूंढ बनाया। ये ਤੁਹਾਨੂੰ मेरी नजदीकी ਦੇ ਵਿੱਚ ਰੱਖਣ ਲਈ और मेरी बरकत ਤੁਹਾਨੂੰ मिलेगी और ਤੁਸੀਂ उस बरकत ਦੇ ਵਿੱਚੋਂ ਇਹਨਾਂ ਨੂੰ बरकत ਦਿਓ। सो ਹੁਣ ਤੁਸੀਂ ਦੇਖੋ ਕਿ ਇਹ ਉਹ ਲੋਕ ਆ ਜਿਨ੍ਹਾਂ ਨੂੰ ਪ੍ਰਭੂ ਨੇ ਕਹਿਣਾ ਕਿ ਜਿਹੜੇ ਆਪਣਾ ਸਵਾਦ ਗਵਾ ਚੁੱਕੇ और ਜਿਨ੍ਹਾਂ ਨੂੰ ਪ੍ਰਭੂ ਨੇ ਹੁਣ ਝਾੜ ਪਾਉਣੀਆਂ क्योंकि ਹੁਣ ਸਾਰੀਆਂ ਚੀਜ਼ਾਂ ਉਹਨਾਂ ਨੇ ਕਰਕੇ ਦੇਖ ਲਈਆਂ। ਯਿਸੂ ਮਸੀਹ ਨੂੰ ਬਹੁਤ ਸਾਰੀਆਂ ਚੀਜ਼ਾਂ 'ਚ ਫਸਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਹੁਣ ਚੁੱਪ ਕਰ ਗਏ। ਹੁਣ ਮਾਰਨ ਦੀ ਉਹਨਾਂ ਨੇ ਸਕੀਮ ਬਣਾਈ ਹੈ ਕਿ ਕਿਸੇ ਤਰੀਕਾ ਮਾਰਿਆ ਜਾਏ ਪਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਤੁਸੀਂ ਜਾ ਕਿੱਥੇ ਰਹੇ, ਤੁਹਾਡਾ ਅੰਤ ਕੀ ਹੈ। ਸੋ ਆਓ 23ਵਾਂ ਭਾਗ ਮੱਤੀ ਦਾ 44 ਪੰਨਾ और असी एक आयत तो लैके या एक आयत तो लैके पहला 12 आयतां देखांगे जिसमें मैं पढ़ लूंगी पास्टर जी। धर्म ग्रंथियां ते फरीसियां संबंधी चेतावनी। फिर यीशु ने भीड़ ਅਤੇ ਆਪਣੇ ਚੇਲਿਆਂ ਨੂੰ ਕਿਹਾ, ਧਰਮ ਗ੍ਰੰਥੀ ਅਤੇ ਫਰੀਸੀ ਮੂਸਾ ਦੀ ਗੱਦੀ ਤੇ ਬੈਠੇ ਹੋਏ ਹਨ, ਇਸ ਲਈ ਜੋ ਕੁਝ ਵੀ ਉਹ ਤੁਹਾਨੂੰ ਦੱਸਣ ਤੁਸੀਂ ਜ਼ਰੂਰ ਉਸ ਨੂੰ ਮੰਨੋ ਅਤੇ ਕਰੋ, ਪਰ ਉਹਨਾਂ ਵਰਗੇ ਕੰਮ ਨਾ ਕਰੋ ਕਿਉਂਕਿ ਉਹ ਕਹਿੰਦੇ ਕੁਝ ਨੇ ਪਰ ਕਰਦੇ ਕੁਝ ਹੋਰ ਨੇ। ਉਹ ਵੱਡਾ ਭਾਰ ਬੰਨ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ ਪਰ ਆਪ ਉਸੇ ਭਾਰ ਨੂੰ ਦੂਜੀ ਥਾਂ ਤੇ ਲੈ ਜਾਣ ਦੇ ਲਈ ਆਪਣੀ ਉਂਗਲੀ ਤੱਕ ਦਾ ਸਹਾਰਾ ਵੀ ਨਹੀਂ ਦੇਣਾ ਚਾਹੁੰਦੇ। ਉਹ ਸਭ ਕੰਮ ਲੋਕਾਂ ਨੂੰ ਦਿਖਾਉਣ ਦੇ ਲਈ ਕਰਦੇ ਹਨ। ਉਹ ਆਪਣੇ ਤਵੀਤਾਂ ਨੂੰ ਚੌੜਾ ਬਣਾਉਂਦੇ ਹਨ ਅਤੇ ਚੋਗਿਆਂ ਦੀਆਂ ਝਾਲਰਾਂ ਨੂੰ ਲੰਬਾ ਰੱਖਦੇ ਹਨ। ਉਹ ਉਸ ਉਤਸਵਾਂ ਅਤੇ ਪ੍ਰਮੁੱਖ ਥਾਵਾਂ ਅਤੇ ਸਭਾਵਾਂ ਵਿੱਚ ਅਗਲੀਆਂ ਕੁਰਸੀਆਂ ਉੱਤੇ ਬੈਠਣਾ ਪਸੰਦ ਕਰਦੇ ਹਨ। ਉਹ ਬਾਜ਼ਾਰਾਂ ਵਿੱਚ ਨਮਸਕਾਰਾਂ ਲੈਣੀਆਂ ਅਤੇ ਲੋਕਾਂ ਕੋਲੋਂ ਗੁਰੂ ਅਖਵਾਉਣਾ ਪਸੰਦ ਕਰਦੇ ਹਨ, ਪਰ ਤੁਸੀਂ ਕਿਸੇ ਕੋਲੋਂ ਗੁਰੂ ਨਾ ਅਖਵਾਉਣਾ ਕਿਉਂਕਿ ਤੁਸੀਂ ਸਭੇ ਭਰਾ ਹੋ ਅਤੇ ਤੁਹਾਡਾ ਇੱਕ ਹੀ ਗੁਰੂ ਹੈ। ਇਸੇ ਤਰ੍ਹਾਂ ਤੁਸੀਂ ਇਸ ਧਰਤੀ ਤੇ ਕਿਸੇ ਨੂੰ ਆਪਣਾ ਪਿਤਾ ਨਾ ਕਹਿਣਾ ਕਿਉਂਕਿ ਤੁਹਾਡਾ ਇੱਕ ਹੀ ਪਿਤਾ ਹੈ ਜੋ ਸਵਰਗ ਵਿੱਚ ਹੈ। ਨਾ ਹੀ ਤੁਹਾਨੂੰ ਕੋਈ ਰਾਬਰ ਕਹੇ ਕਿਉਂਕਿ ਤੁਹਾਡਾ ਇੱਕ ਹੀ ਰਾਬਰ ਹੈ ਅਰਥਾਤ ਮਸੀਹ। ਤੁਹਾਡੇ ਵਿੱਚ ਜੋ ਸਭ ਤੋਂ ਵੱਡਾ ਹੈ ਉਹ ਸਭ ਦਾ ਸੇਵਾਦਾਰ ਬਣੇ ਕਿਉਂਕਿ ਜੋ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ। ਸੋ ਇੱਥੋਂ ਪ੍ਰਭੂ ਯਿਸੂ ਮਸੀਹ ਨੇ ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਕੋਲ ਕਈ ਤਰ੍ਹਾਂ ਦੇ ਸਵਾਲ ਪੁੱਛ ਕੇ ਗਏ ਆ, ਸਾਰੇ ਲੋਕ ਉੱਥੇ ਬੈਠੇ ਹੋ ਸੁਣਦੇ ਪਏ। ਸੋ ਹੁਣ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਅਗਰ ਤੁਹਾਨੂੰ ਇਹ ਵਚਨ ਦੀ ਕੋਈ ਗੱਲ ਦੱਸਦੇ ਪਏ ਹੋ ਉਸ ਨੂੰ ਜ਼ਰੂਰ ਮੰਨੋ ਪਰ ਇਹਨਾਂ ਵਾਲੇ ਕੰਮ ਨਾ ਕਰੋ। ਕਿਉਂ? ਕਿਉਂਕਿ ਉਹਨਾਂ ਦੇ ਕੰਮ ਜਿਹੜੇ ਆ ਉਹ ਪ੍ਰਭੂ ਪਰਮੇਸ਼ਵਰ ਦੀ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਕੋਈ ਵੀ ਪ੍ਰਭੂ ਪਰਮੇਸ਼ਵਰ ਦੀ ਵਡਿਆਈ ਨਹੀਂ ਕਰਦਾ। ਸਿਰਫ ਇੱਕ ਚਮਕ ਦਮਕ, ਇੱਕ ਝੂਠਾਪਨ। ਉਹਨਾਂ ਦੀਆਂ ਦੁਆਵਾਂ ਜਿੱਦਾਂ ਅਸੀਂ ਦੇਖਿਆ ਸੀ ਪਿੱਛੇ ਉਹ ਵੀ ਪਬਲਿਕ ਦੁਆਵਾਂ ਕਰਦੇ ਆ
ਅੱਗੇ ਜਾ ਕੇ ਉਹਦੀਆਂ ਸੀਟਾਂ ਤੇ ਬਹਿਣਾ ਪਸੰਦ ਕਰਦੇ ਆ ਔਰ ਉਹ ਸਾਰੀ ਕੌਮ ਦੇ ਵਿੱਚ ਮੰਦਰ ਤੋਂ ਲੈ ਕੇ ਛੋਟੇ ਤੋਂ ਛੋਟੇ ਬੰਦੇ ਤੱਕ ਉਹਨਾਂ ਸਾਰਿਆਂ ਨੂੰ ਭ੍ਰਸ਼ਟ ਕੀਤਾ ਔਰ ਹੁਣ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਛਾੜ ਦਿੱਤਾ। ਸੋ ਆਓ ਅਸੀਂ ਦੇਖੀਏ, ਆਓ ਅਸੀਂ 13 ਤੋਂ ਲੈ ਕੇ 13 ਤੋਂ ਲੈ ਕੇ ਅਸੀਂ 28 ਤੱਕ ਪ੍ਰਭੂ ਯਿਸੂ ਨੂੰ ਝਾੜਦੇ ਕਿ ਪੜ੍ਹ ਦਿਓ ਤੁਸੀਂ। ਪ੍ਰਭੂ ਯਿਸੂ ਉਹਨਾਂ ਨੂੰ ਝਾੜਦੇ ਹਨ, ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ, ਤੁਸੀਂ ਸਵਰਗ ਦੇ ਰਾਜ ਦਾ ਦਰਵਾਜ਼ਾ ਲੋਕਾਂ ਲਈ ਬੰਦ ਕਰਦੇ ਹੋ। ਤੁਸੀਂ ਨਾ ਤਾਂ ਆਪ ਅੰਦਰ ਜਾਂਦੇ ਹੋ ਤੇ ਨਾ ਹੀ ਉਹਨਾਂ ਲੋਕਾਂ ਨੂੰ ਅੰਦਰ ਜਾਣ ਦਿੰਦੇ ਹੋ ਜੋ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਨ। ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ, ਤੁਸੀਂ ਵਿਧਵਾਵਾਂ ਦੇ ਘਰਾਂ ਨੂੰ ਹੜੱਪ ਕਰ ਜਾਂਦੇ ਹੋ ਅਤੇ ਦਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਕਰਦੇ ਹੋ। ਇਸੇ ਕਾਰਨ ਤੁਹਾਨੂੰ ਕਠੋਰ ਸਜ਼ਾ ਮਿਲੇਗੀ। ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ, ਤੁਸੀਂ ਇੱਕ ਆਦਮੀ ਨੂੰ ਆਪਣੇ ਧਰਮ ਵਿੱਚ ਲਿਆਉਣ ਲਈ ਜਲ ਥਲ ਇੱਕ ਕਰ ਦਿੰਦੇ ਹੋ ਤੇ ਜਦੋਂ ਉਹ ਆ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਵੀ ਜ਼ਿਆਦਾ ਨਰਕ ਕੁੰਡ ਦਾ ਭਾਗੀ ਬਣਾਉਂਦੇ ਹੋ। ਹੇ ਅੰਨੇ ਰਾਵਰੋ, ਅਫਸੋਸ ਹੈ ਤੁਹਾਡੇ ਉੱਤੇ, ਤੁਸੀਂ ਸਿੱਖਿਆ ਦਿੰਦੇ ਹੋ ਜੇਕਰ ਕੋਈ ਆਦਮੀ ਮੰਦਰ ਦੀ ਸਹੁੰ ਖਾਂਦਾ ਹੈ ਤਾਂ ਕੋਈ ਗੱਲ ਨਹੀਂ ਹੈ, ਪਰ ਜੇਕਰ ਉਹ ਮੰਦਰ ਦੇ ਸੋਨੇ ਦੀ ਸਹੁੰ ਖਾਂਦਾ ਹੈ ਤਾਂ ਉਹ ਉਸ ਨੂੰ ਲੱਗਦੀ ਹੈ। ਹੇ ਮੂਰਖੋ ਅਤੇ ਅੰਨ੍ਹੋ, ਕੀ ਵੱਡਾ ਹੈ ਸੋਨਾ ਜਾਂ ਮੰਦਰ ਜੋ ਸੋਨੇ ਦੀ ਪਵਿੱਤਰਤਾ ਦਾ ਕਾਰਨ ਹੈ। ਇਸ ਤਰ੍ਹਾਂ ਜੇਕਰ ਕੋਈ ਵੇਦੀ ਦੀ ਸਹੁੰ ਖਾਂਦਾ ਹੈ ਤਾਂ ਕੋਈ ਗੱਲ ਨਹੀਂ, ਪਰ ਜੇਕਰ ਵੇਦੀ ਉਤਲੇ ਚੜਾਵੇ ਦੀ ਸਹੁੰ ਖਾਂਦਾ ਹੈ ਤਾਂ ਉਹ ਉਸ ਨੂੰ ਲੱਗਦੀ ਹੈ। ਤੁਸੀਂ ਕਿੰਨੇ ਅੰਨੇ ਹੋ, ਕੀ ਵੱਡਾ ਹੈ ਚੜਾਵਾ ਜਾਂ ਵੇਦੀ ਜੋ ਚੜਾਵੇ ਦੀ ਪਵਿੱਤਰਤਾ ਦਾ ਕਾਰਨ ਹੈ। ਜਦੋਂ ਕੋਈ ਵੇਦੀ ਦੀ ਸਹੁੰ ਖਾਂਦਾ ਹੈ ਉਹ ਇਸ ਦੀ ਉਸ ਸਭ ਦੀ ਸਹੁੰ ਖਾਂਦਾ ਹੈ ਜੋ ਵੇਦੀ ਦੇ ਉੱਤੇ ਹੈ। ਇਸੇ ਤਰ੍ਹਾਂ ਜੋ ਕੋਈ ਮੰਦਰ ਦੀ ਸਹੁੰ ਖਾਂਦਾ ਹੈ ਉਹ ਇਸ ਦੀ ਅਤੇ ਪਰਮੇਸ਼ਰ ਦੀ ਜੋ ਇਸ ਦੇ ਵਿੱਚ ਵਾਸ ਕਰਦਾ ਹੈ ਸਹੁੰ ਖਾਂਦਾ ਹੈ। ਫਿਰ ਜੋ ਕੋਈ ਸਵਰਗ ਦੀ ਸਹੁੰ ਖਾਂਦਾ ਹੈ ਉਹ ਪਰਮੇਸ਼ਰ ਦੇ ਸਿੰਘਾਸਨ ਦੀ ਅਤੇ ਜੋ ਉਸ ਉੱਤੇ ਬੈਠਾ ਹੈ ਦੀ ਸਹੁੰ ਖਾਂਦਾ ਹੈ। ਹੇ ਪਖੰਡੀ ਧਰਮ ਗ੍ਰੰਥੀਓ ਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ, ਪਰਮੇਸ਼ਰ ਦੇ ਅੱਗੇ ਚੜਾਵੇ ਦੇ ਤੌਰ ਤੇ ਹਰ ਪ੍ਰਕਾਰ ਦੀਆਂ ਹਰੀਆਂ ਸਬਜ਼ੀਆਂ ਅਰਥਾਤ ਪੂਦਨਾ, ਸੌਂਫ, ਜੀਰੇ ਦਾ 10ਵਾਂ ਹਿੱਸਾ ਚੜਾਉਂਦੇ ਹੋ, ਪਰ ਤੁਸੀਂ ਨੇਮ ਸ਼ਾਸਤਰ ਦੀਆਂ ਅਸਲ ਸਿੱਖਿਆਵਾਂ ਅਰਥਾਤ ਨਿਆਂ, ਦਇਆ, ਵਿਸ਼ਵਾਸ ਦੀ ਉਲੰਘਣਾ ਕਰਦੇ ਹੋ। ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਰ ਨੂੰ 10ਵਾਂ ਹਿੱਸਾ ਵੀ ਦਿੰਦੇ ਤੇ ਉਸ ਦੇ ਨਿਆਂ, ਦਇਆ ਤੇ ਵਿਸ਼ਵਾਸ ਦੀ ਉਲੰਘਣਾ ਵੀ ਨਾ ਕਰਦੇ। ਅੰਨੇ ਰਾਵਰੋ, ਤੁਸੀਂ ਮੱਛਰ ਨੂੰ ਤਾਂ ਛੱਡ ਦਿੰਦੇ ਹੋ ਪਰ ਊਠ ਨੂੰ ਹੜੱਪ ਕਰ ਜਾਂਦੇ ਹੋ। ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ, ਤੁਸੀਂ ਪਿਆਲੇ ਅਤੇ ਥਾਲੀ ਨੂੰ ਬਾਹਰੋਂ ਤਾਂ ਚੰਗੀ ਤਰ੍ਹਾਂ ਮਾਂਜਦੇ ਹੋ ਪਰ ਅੰਦਰੋਂ ਤੁਸੀਂ ਲਾਲਚ ਅਤੇ ਬੇਈਮਾਨੀ ਨਾਲ ਭਰੇ ਹੋਏ ਹੋ। ਅੰਨੇ ਫਰੀਸੀਓ, ਪਹਿਲੇ ਪਿਆਲੇ ਨੂੰ ਅੰਦਰੋਂ ਸਾਫ਼ ਤਾਂ ਕਰੋ ਤਾਂ ਬਾਹਰੋਂ ਵੀ ਸਾਫ਼ ਹੋ ਜਾਵੇਗਾ। ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ, ਤੁਸੀਂ ਚੂਨਾ ਫਿਰੀਆਂ ਕਬਰਾਂ ਦੀ ਤਰ੍ਹਾਂ ਹੋ ਜੋ ਬਾਹਰੋਂ ਸੁੰਦਰ ਦਿਖਾਈ ਦਿੰਦੀਆਂ ਹਨ ਪਰ ਉਹਨਾਂ ਦੇ ਅੰਦਰ ਮੁਰਦਿਆਂ ਦੀਆਂ ਹੱਡੀਆਂ ਹਨ ਤੇ ਸਭ ਤਰ੍ਹਾਂ ਦੀ ਗੰਦਗੀ ਭਰੀ ਹੋਈ ਹੈ। ਇਸ ਤਰ੍ਹਾਂ ਬਾਹਰੀ ਤੌਰ ਤੇ ਤਾਂ ਤੁਸੀਂ ਹਰ ਇੱਕ ਨੂੰ ਧਰਮੀ ਲੱਗਦੇ ਹੋ ਪਰ ਤੁਹਾਡੇ ਅੰਦਰ ਝੂਠ ਅਤੇ ਅਧਰਮ ਭਰਿਆ ਹੋਇਆ ਹੈ। ਬਸ ਸਾਰਾ ਪੜ੍ਹਨਾ। ਅੱਛਾ, ਹੁਣ ਅਸੀਂ ਇੱਥੇ ਕੀ ਦੇਖਦੇ ਪਏ ਔਰ ਅਗਰ ਹੁਣ ਅਸੀਂ ਇਹਨੂੰ ਲੈ ਕੇ ਮੱਤੀ ਦੇ 5ਵੇਂ ਭਾਵ ਦੇ ਵਿੱਚ ਜਾਈਏ ਤਾਂ ਪ੍ਰਭੂ ਕੀ ਕਹਿ ਰਿਹਾ ਕਿ ਜਿਸ ਲਈ ਉਹ ਕਹਿ ਰਿਹਾ ਕਿ ਆਪਣੇ ਮਨ ਦੀ, ਸਾਡੇ ਮਨ ਧਨ ਉਹ ਲੋਕ ਆ ਜਿਹੜੇ ਜਿਨ੍ਹਾਂ ਨੂੰ ਆਪਣੀ ਆਤਮਾ ਦਾ ਫਿਕਰ, ਧਨ ਉਹ ਲੋਕ ਆ ਜਿਨ੍ਹਾਂ ਨੂੰ ਆਪਣੇ ਮਨ ਦਾ ਫਿਕਰ, ਧਨ ਉਹ ਲੋਕ ਆ ਜਿਨ੍ਹਾਂ ਨੂੰ ਪਵਿੱਤਰਤਾ ਦਾ ਫਿਕਰ, ਪ੍ਰਭੂ ਦੀ ਪਵਿੱਤਰਤਾ ਔਰ ਆਪਣੇ ਜੀਵਨ ਨੂੰ ਪਵਿੱਤਰ ਰੱਖਣਾ, ਪ੍ਰਭੂ ਦੇ ਕੋਲ ਜਾਣਾ, ਕਿਉਂਕਿ ਇਹ ਕਹਿ ਰਿਹਾ ਅਸੀਂ ਤਾਂ ਆਲਰੇਡੀ ਪਵਿੱਤਰ ਹਾਂ, ਸਾਡੇ ਕੋਲ ਕੋਈ ਹੈ ਨਹੀਂ ਐਸੀ ਚੀਜ਼, ਅਸੀਂ ਕੋਈ ਗਲਤ ਨਹੀਂ ਕਰਦੇ ਪਏ ਔਰ ਆਪਣੇ ਆਪ ਨੂੰ ਵੀ ਧੋਖਾ ਦਿੰਦੇ ਔਰ ਕੌਮ। ਔਰ ਇਸੇ ਕਰਕੇ ਦੇਖੋ ਇਹਨਾਂ ਨੂੰ ਕਿੰਨੀਆਂ ਬਦਸੀਸਾਂ ਇਹਨਾਂ ਨੂੰ ਮਿਲੀਆਂ, ਜਿਸ ਲਈ ਜਿਸ ਮਸੀਹਾ ਨੇ ਆਉਣਾ ਸੀ, ਜਿਸ ਦਾ ਇਹਨਾਂ ਨੇ ਇੰਤਜ਼ਾਰ ਦੇ ਵਿੱਚ ਬੈਠੇ ਹੋਣਾ ਸੀ, ਜਿੱਥੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਹੋਈਆਂ ਸੀ ਕਿ ਇਹਨਾਂ ਦੇ ਕੋਲ ਨਬੂਵਤ ਹੋਣੀ ਸੀ ਤੇ ਮਸੀਹਾ ਆ ਗਿਆ
ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਕੁਛ ਨਹੀਂ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਆਇਤ ਪੜ੍ਹ ਲੈਂਦੇ ਆ ਤੇ ਜਿਉਂ ਉਸ ਤੋਂ ਚੂਨਾ ਕੱਢਣ ਲੱਗਦੇ ਆ, ਜਿਉਂ ਬਾਲ ਤੋਂ ਖਲ ਲਾਉਣ ਲੱਗਦੇ ਆ, ਅਖੀਰ ਦੇ ਵਿੱਚ ਨਾ ਵਿਚਾਰੀ ਉਹ ਆਇਤ ਬਚਦੀ ਨਾ ਕੁਛ ਹੋਰ। ਇੱਕ ਇਹਨਾਂ ਕੰਮਾਂ ਦੇ ਵਿੱਚ ਇਹਨਾਂ ਨੇ ਔਰ ਕਿਸ ਤਰ੍ਹਾਂ ਪ੍ਰਭੂ ਨੇ ਇਹਨਾਂ ਨੂੰ ਹਰ ਇੱਕ ਚੀਜ਼ ਦੇ ਲਈ ਇਹਨਾਂ ਨੂੰ ਧਿਕਾਰ ਪਾਈ, ਇਹਨਾਂ ਨੂੰ ਕਰਸ ਮਿਲੀ। क्यों? क्योंकि लूण अपना स्वाद गवा चुका है। लूण दे विच हुण कोई स्वाद नहीं। वो गरीब दे लई भी तुसी गरीबां दा तुसी विधवावां दे घर हड़प जाते, वो जिहड़ा नवां आउण वाला है प्रभु दे विच ओहदे लई कि तुसी उस नूं अपने नालों 2 गुना ज्यादा नरक कुंड दा भागी बना लो। वो चढ़ावे दे लई ते मंदिर दे लई तुसी मंदिर दा भी अपमान करदे आ, मंदिर दे चढ़ावे दा भी अपमान करदे आ, तुसी उस ते लगे सोने दा भी पाप अपमान करदे, तुसी बेदी दा भी अपमान करदे। उस तो बाद वो इस चीज दे लई बड़े है कि पूतने दे पत्ते भी गिन के दसवां दे दिंदे। प्रभु कहंदा तुहाडे विच तां दया होनी चाहिदी सी। ਤੁਹਾਡੀ ਦਇਆ ਕਿੱਥੇ ਆ? ਤੁਹਾਡਾ ਨਿਆਂ ਕਿੱਥੇ ਆ ਜਿਸ ਤੇ ਤੁਸੀਂ ਸਤੰਭ ਬਣਨਾ ਸੀ? ਉਹ ਤਾਂ ਹੈ ਨਹੀਂ। ਔਰ ਇਸੇ ਤਰ੍ਹਾਂ ਪ੍ਰਭੂ ਨੇ ਉਹਨਾਂ ਨੂੰ ਅਖੀਰ ਦੇ ਵਿੱਚ ਕਿਹਾ ਕਿ ਚੂਨਾ ਲਿਪੀਆਂ ਕਬਰਾਂ ਨਾ ਤੁਸੀਂ। It's a horrendous thing to say। ਇੱਕ ਜੀਂਦੇ ਇਨਸਾਨ ਨੂੰ ਜਿਹੜਾ ਮੂਹਰੇ ਜਿਉਂਦਾ ਪ੍ਰਭੂ ਕਹਿ ਰਿਹਾ ਤੁਸੀਂ ਮਰੇ ਹੋ, ਸੜਾਂਦ ਮਾਰਦੇ ਤੁਸੀਂ ਭਾਂਡੇ ਬਸ ਬਾਹਰੋਂ ਹੀ ਸਾਫ਼ ਕੀਤੇ ਹੋ। You are walking dead। ਯਿਸੂ ਦੇ ਕੋਲੋਂ ਅਸੀਂ ਜ਼ਿੰਦਗੀ ਲੈਣਾ ਸੀ। ਹੁਣ ਇਹਨਾਂ ਦੀਆਂ ਆਤਮਾਵਾਂ ਅੰਦਰ ਮਰੀਆਂ ਪਈਆਂ। अपना प्रभु दे नाल जिहड़ा रिश्ता आ उसनूं इस तरह बना के रखो कि उस तो वड्डी चीज होर कोई नहीं। और उस दे लई चैकलिस्ट, और जिहड़ी चैकलिस्ट आ वो मत्ती दे 5वें भाग दे विच दित्ती गई। अगर किते भी उस दे विच कोई ऐसी चीज दिखाई दिंदी आ अपने आप नाल सच हो, बस अपने आप ना सच बोलो कि आ चीज मेरे च है नहीं, मेरे 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 शब्दां च ये है नहीं, मेरे कम्मां दे विच ये है नहीं। पर मैं लूण होने दे लई चुनिया गया, मैं प्रभु की रोशनी होने दे लई चुनिया गया। पर भाई इन्हां चीज़ां सानूं पुछियां जाणियां, जे इन्हां नूं पुछियां गईयां ते सानूं भी पुछियां जाणगियां। अगर इन्हां ने उस नेम का अपमान किया जो इन्हां नूं मिलिया सी ते सानूं तो पवित्र आत्मा मिली और इको ही गुनाह जिहड़ा बख्शिया नहीं जाएगा। इस करके जिसलिए असीं 5वें भाव दे विच आउणे आ उसदी 1 तो लैके जिहड़ी 12 आयत तक साडी वो चैकलिस्ट है जिहड़ी वचन दे विच दित्ती गई। और उसदे विचों डेली लंघो और देखो कि केड़ी चीज आउट ऑफ वैक दो चीज़ां मैं तुहानूं प्रॉमिस करदा हां कि तुसीं इहदे विचों पहला तुसीं सब तो पहला ये महसूस करना कि तुहानूं जिस तरह कि वो मसीहियां दी गल्लां करनियां शुरू कर दिंदे हैं वो तुहाडे च चीज करदे तो घटनी शुरू हो जाती। दूसरी चीज तुसीं ये महसूस करनी है कि बहुत सारी बारी तुसीं कुछ कहना मंगदे होवोगे पर तुसीं कहना छड्ड दिंदे हो।
ਜੇ ਕਿਸੇ ਨੇ ਕੁਝ ਕਹਿ ਵੀ ਦਿੱਤਾ ਤਾਂ ਹਉ ਪਰੇ ਦੀ ਜਿਹੜੀ ਹੈ ਨਾ ਆਤਮਾ ਉਹ ਇੰਨੀ ਆ ਜਾਏਗੀ ਕਿ ਤੁਹਾਨੂੰ ਕੋਈ ਦੁੱਖ ਵੀ ਨਹੀਂ ਹੋਏਗਾ। कहता सो वो उतों पता लगेगा कि मन बदलता है और आत्मा के लिए जगह पाती है। That's my promise। क्यों? क्योंकि प्रभु यीशु मसीह की चेकलिस्ट है किसी इंसान की। बहुत चेकलिस्ट बाहर बड़ियां किताबां आईयां इन्हां दे आपे बंदियां ने बनाई। प्रभु यीशु मसीह ने बड़ी सिंपल चेकलिस्ट दी। सो ये है लोन दा नियम और साडे नाल ये लोन दा नियम बन्निया। उस लोन दे नियम दा हिसाब फरीसियां कोलों सदूकियां दे कोलों और धर्म ग्रंथियां दे कोलों लिया गया और जो नेम दा जो इस लोन दा नेम साडे नाल बन्निया गया सानू भी इहदे बारे पुछया जाए। किसी नूं उसने 3 तोड़े दिते, किसी नूं 2 दिते, किसी नूं 1 दिता। 3 आने ने 3 लियांदे, 2 वाले ने 2 लियांदे, 1 ने 2 दिता। तो पुछया कि तैनूं तो मैं नमक और चानण दे लई चुनिया सी, तो तू तां दीवा बाल के मिट्टी ते थल्ले तक पीता भी। फिर मैं हनेरे च कढ के लैके आया सी पर तू हनेरा बन गया। सो ये चेकलिस्ट पंजवां भाव पहलियां 12 जड़ियां आयतां वो चेकलिस्ट वो सानू दसदियां कि साडे लोन दे विच की चीज़ है, किहड़ी कमी है। प्रभु ने ये नहीं कहा तुहाडे विच होना चाहिदा, ਉਹਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਇਹਨਾਂ ਚੀਜ਼ਾਂ ਦਾ ਫਿਕਰ ਹੋਣਾ ਚਾਹੀਦਾ ਸੀ। ਫਿਕਰ ਹੋਣਾ ਚਾਹੀਦਾ। ਪਰ ਮੇਰੀ ਦੁਆ ਹੈ ਕਿ ਮੇਰੇ ਤੇ ਵੀ ਪ੍ਰਭੂ ਕਿਰਪਾ ਕਰੇ ਔਰ ਮੇਰੇ ਭੈਣ ਭਰਾ ਜੋ ਸਾਡੇ ਨਾਲ ਬਾਈਬਲ ਸਟੱਡੀ ਦੇ ਵਿੱਚ ਜੁੜਦੇ ਤੁਹਾਡੇ ਉੱਤੇ ਵੀ ਪ੍ਰਭੂ ਕਿਰਪਾ ਕਰੇ ਔਰ ਅਸੀਂ ਇੱਕ ਐਸੀ ਯਾਤਰਾ ਦੇ ਵਿੱਚ ਨਿਕਲੀਏ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਰਕਤ ਹੋਵੇ ਔਰ ਸਾਡੇ ਕੰਮਾਂ ਨੂੰ ਦੇਖ ਕੇ ਸਾਡੇ ਸਵਰਗੀ ਬਾਪ ਦੀ ਵਡਿਆਈ ਹੋਵੇ ਜਿਸਨੇ ਆਪਣਾ ਇਕਲੌਤਾ ਪੁੱਤਰ ਦੇ ਕੇ ਸਾਨੂੰ ਆਪਣਾ प्यारे प्रभु मैं तेरा शुक्र करता तेरी दया दे रही तेरी महानता दे रही। तेरा वचन सानू दसदा कि धरती दीयां नीहां रखण तो पहला तू सानू अपने लिए चुन लिया। प्यारे प्रभु हुण साडी जिंदगी दे विच तू ओ काम कर इस जिंदगी नूं उदां दी बना जिस तरह दी तू चाहंदा और इस तो प्रभु जी तू अपनी बरकत दे काम ਅਸੀਂ ਬਹੁਤਿਆਂ ਦੇ ਲਈ ਬਰਕਤ ਦਾ ਕਾਰਨ ਮੇਰੇ ਪਿਆਰੇ ਭੈਣ ਭਰਾਵਾਂ ਦੇ ਉੱਤੇ ਪ੍ਰਭੂ ਜੀ ਮੈਂ ਇਹਨਾਂ ਦੇ ਉੱਤੇ ਤੇਰਾ ਪਵਿੱਤਰ ਲਹੂ ਐਸ ਵੇਲੇ ਲਾਉਣਾ ਤਾਂ ਕਿ ਉਹ ਦਰਵਾਜ਼ਾ ਜਿਹੜਾ ਅੰਦਰ ਨੂੰ ਖੁੱਲਦਾ ਪ੍ਰਭੂ ਜੀ ਆਪਣੇ ਆਪ ਨੂੰ ਅੰਦਰੋਂ ਦੇਖ ਸਕੇ ਔਰ ਜਾਂਚਣ ਪਰਖਣ ਔਰ ਜਿਸ ਚੀਜ਼ ਦੀ ਵੀ ਕਮੀ ਆ ਪ੍ਰਭੂ ਜੀ ਉਸ ਨੂੰ ਲੈ ਕੇ ਤੇਰੀ ਹਜ਼ੂਰੀ ਚ ਇਹਨਾਂ ਨੂੰ ਪ੍ਰਭੂ ਜੀ ਪਵਿੱਤਰ ਕੰਮ ਦੇ ਉਸ ਚੀਜ਼ ਦਾ ਜੋ ਤੇਰੇ ਵੱਲੋਂ ਜਿਹੜੀ ਸਾਡੀ ਜ਼ਿੰਦਗੀ ਦੀ ਉਹ ਚੀਜ਼ ਜਿਹੜੀ ਤੇਰੇ ਵੱਲੋਂ ਨਹੀਂ ਪ੍ਰਭੂ ਜੀ ਉਸ ਤੋਂ ਛੁਟਕਾਰਾ ਜਦੋਂ ਤੱਕ ਅਸੀਂ ਮਿਲੀਏ ਪ੍ਰਭੂ ਜੀ ਤੇਰੀ ਦਇਆ ਰਹਿਮ ਤੇਰਾ ਪਿਆਰ ਸਾਡੇ ਸਭ ਦੇ ਨਾਲ ਰਹੇ ਔਰ ਸਾਡੀਆਂ ਸੰਤਾਨਾਂ ਦੇ ਨਾਲ ਇਹ ਸਭ ਕੁਝ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਔਰ ਸਾਰੇ ਭੈਣ ਸੋ ਕੱਲ ਨੂੰ ਅਸੀਂ ਰੈਡ ਹਾਈਫਰ ਦੇ ਬਾਰੇ ਦੇਖਾਂਗੇ ਕਿ ਯਹੂਦੀ ਇੰਨਾ ਕਿਉਂ ਇੰਟਰਸਟਡ ਹੋਇਆ ਇਹਨਾਂ ਦਿਨਾਂ ਦੇ ਵਿੱਚ ਉਸ ਲਾਲ ਬੱਚੇ ਦੇ ਲਈ ਉਸ ਲਾਲ ਬੱਚੀ ਦੇ ਲਈ ਲੱਭਦੇ ਫਿਰਦੇ ਸੋ ਵੀ ਵਿਲ ਸੀ ਇਟ ਨਾਓ ਬਲੈਸ ਯੂ